मैं सिर्फ 10 डोजेज लईਆਂ ਹੁਣ तक। मेरे बेटे ने सिर्फ 1 डोज ली। फुल प्राइज विनर कैलाश सत्यार्थी जी उन्होंने फोन आया, वो कहते फुलका जी आपने इतनी इतनी बड़ी लड़ाई जीती है, ये कोरोना क्या चीज है आपके मैं दसिया कि मेरी रिपोर्ट पॉजिटिव नहीं है, मेरी नेगेटिव सी मिली। तुसी आप कह रहे हो फिर ਤੁਹਾਡਾ कोविड-19 ਦਾ ਇਲਾਜ किस तरह हो गया? ਤੁਹਾਡਾ क्लेम झूठा है। पंजाब होम्योपैथी काउंसिल ਦਾ ਇੱਕ ਕਮੇਟੀ ਦਾ ਪ੍ਰਧਾਨ ਹੈ। ਜ਼ਿਆਦਾ ਸ਼ਰਮ ਦੀ ਗੱਲ ਹੈ ਕਾਉਂਸਲ ਵਾਲਿਆਂ ਵਾਸਤੇ ਕੀ ਹੋਊਗੀ? ਪੰਜਾਬ ਵਿੱਚ ਜਿਹੜੀ ਇਹ ਗੱਲ ਆ ਨਾ ਹੋਮ ਕੁਆਰੰਟਾਈਨ ਦੀ ਇਜਾਜ਼ਤ ਨਹੀਂ ਹੈ। ਮੈਂ ਹੁਣ ਹੈਲਥ ਮਿਨਿਸਟਰ ਨੂੰ ਵੀ ਲਿਖੂੰਗਾ ਤੇ ਪੰਜਾਬ ਸਰਕਾਰ ਨੂੰ ਵੀ ਲਿਖੂੰਗਾ, ਜੇਕਰ ਜ਼ਰੂਰਤ ਪੈਂਦਾ ਮੈਂ ਜਾ ਕੇ ਸੁਪਰੀਮ ਕੋਰਟ PIL ਵੀ ਫਾਈਲ ਕਰਾਂ ਕਿ ਕਿਉਂ ਨਹੀਂ ਅਲਾਉ ਕਰ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਦੇਸ਼ ਭਰ ਦੇ ਵਿੱਚ ਕਰੋਨਾ ਦੇ ਪੋਜ਼ਿਟਿਵ ਕੇਸਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਵਿੱਚ ਵੀ ਕੋਰੋਨਾ ਆਊਟ ਆਫ ਕੰਟਰੋਲ ਹੁੰਦਾ ਜਾ ਰਿਹਾ ਹੈ। ਸਰਕਾਰ ਦੀ ਜਵਾਬਦੇਹੀ ਵੱਧ ਰਹੀ ਹੈ। ਵਿਰੋਧੀ ਪਾਰਟੀਆਂ ਸਰਕਾਰ ਨੂੰ ਨਿਸ਼ਾਨੇ ਤੇ ਵੀ ਲੈ ਰਹੀਆਂ ਨੇ, ਪੰਜਾਬ ਸਰਕਾਰ ਨੂੰ ਖਾਸ ਤੌਰ ਤੇ, ਕਿ ਕਰੋਨਾ ਕੰਟਰੋਲ ਦੇ ਵਿੱਚ ਨਹੀਂ ਹੋ ਰਿਹਾ। ਅਜਿਹਾ ਹੀ ਸਿਨੈਰੀਓ ਦੇਸ਼ ਪੱਧਰ ਦੇ ਉੱਤੇ ਵੀ ਨਜ਼ਰ ਆ ਰਿਹਾ। ਪਿਛਲੇ ਦਿਨਾਂ ਦੌਰਾਨ ਖਬਰ ਆਈ ਸੀਗੀ ਕਿ ਰੂਸ ਦੇ ਵਿੱਚ ਕਰੋਨਾ ਦੀ ਪਹਿਲੀ ਵੈਕਸੀਨ ਦੀ ਖੋਜ ਕਰ ਲਈ ਗਈ ਹੈ। ਹਾਲਾਂਕਿ ਉੱਥੇ ਹਿਊਮਨ ਟੈਸਟ ਵੀ ਹੋਏ ਨੇ, ਪਰ ਕਰੋਨਾ ਦੀ ਉਹ ਵੈਕਸੀਨ ਕਦੋਂ ਭਾਰਤ ਦੇ ਵਿੱਚ ਪਹੁੰਚੇਗੀ, ਕਦੋਂ ਲੋਕਾਂ ਦਾ ਇਲਾਜ ਹੋਣਾ ਸ਼ੁਰੂ ਹੋਏਗਾ? ਪਿਛਲੇ ਦਿਨਾਂ ਦੌਰਾਨ ਬਾਬਾ ਰਾਮਦੇਵ ਵੱਲੋਂ ਵੀ ਇੱਕ ਦਾਅਵਾ ਕੀਤਾ ਗਿਆ ਕਿ ਕਰੋਨਾ ਦੀ ਦਵਾਈ ਦੀ ਖੋਜ ਕਰ ਲਈ ਗਈ ਹੈ। ਬਾਅਦ ਵਿੱਚ ਉਹ ਦਾਅਵੇ ਸਵਾਲਾਂ ਦੇ ਸਾਹਮਣੇ ਟਕਰਾ ਕੇ ਪਸਤ ਹੋ ਗਈ। ਪਰ ਇਸ ਸਭ ਦੇ ਦੌਰਾਨ ਪੰਜਾਬ ਦੇ ਇੱਕ ਸਾਬਕਾ ਸਿਆਸਤਦਾਨ ਤੇ ਮੌਜੂਦਾ ਸੀਨੀਅਰ ਵਕੀਲ ਨੇ ਕਰੋਨਾ ਦਾ ਇਲਾਜ ਹੋਮੋਪੈਥੀ ਦੇ ਜ਼ਰੀਏ ਕਰਨ ਦਾ ਦਾਅਵਾ ਕੀਤਾ ਹੈਗਾ। ਸਾਡੇ ਨਾਲ ਖਾਸ ਮਹਿਮਾਨ ਜੁੜ ਰਹੇ ਨੇ। ਦਾਖਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਐਡਵੋਕੇਟ HS ਫੂਲਕਾ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਰੋਨਾ ਹੋਇਆ ਸੀਗਾ ਔਰ ਉਹਨਾਂ ਨੇ ਹੋਮੋਪੈਥਿਕ ਦਵਾਈ ਦੇ ਨਾਲ ਹੀ ਉਸ ਦਾ ਇਲਾਜ ਕਰ ਲਿਆ। ਘਰੇਲੂ ਉਪਚਾਰ ਕੀਤਾ ਗਿਆ, ਘਰ ਰਹਿ ਕੇ ਹੀ ਉਹਨਾਂ ਨੇ ਇਲਾਜ ਕੀਤਾ। ਕਿਸ ਤਰ੍ਹਾਂ ਦੇ ਨਾਲ ਕਰੋਨਾ ਨੂੰ ਹੋਮੋਪੈਥਿਕ ਦਵਾਈ ਦੇ ਨਾਲ ਮਾਤ ਦਿੱਤੀ ਗਈ। HS ਫੂਲਕਾ ਤੋਂ ਸਾਰਾ ਜਾਣਾਂਗੇ ਕਿ ਕਿੱਥੋਂ ਉਹਨਾਂ ਨੇ ਦਵਾਈ ਲਈ, ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਲਾਜ ਕੀਤਾ, ਕਿਉਂਕਿ ਖਾਸ ਤੌਰ ਤੇ ਅਜੇ ਵੀ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਹੀ ਨਹੀਂ ਹੋਰਨਾਂ ਸੂਬਿਆਂ ਦੇ ਵਿੱਚ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਰੋਨਾ ਦਾ ਇਲਾਜ ਕਰਵਾਉਣ ਜਾ ਰਹੇ ਲੋਕਾਂ ਨੂੰ ਲੱਖਾਂ ਰੁਪਏ ਦੇ ਬਿੱਲ ਥਮਾ ਦਿੱਤੇ ਜਾਂਦੇ ਨੇ ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਪ੍ਰਬੰਧਾਂ ਦੀ ਘਾਟ ਜਾਂ ਬੇਨਿਯਮੀਆਂ ਮਰੀਜ਼ਾਂ ਦੇ ਲਈ ਵੱਡੀ ਮੁਸੀਬਤ ਬਣ ਰਹੀਆਂ ਨੇ। ਸਾਡੇ ਨਾਲ HS ਫੂਲਕਾ ਖਾਸ ਤੌਰ ਤੇ ਜੁੜ ਰਹੇ ਨੇ। ਫੂਲਕਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਦੈਨਿਕ ਸਵੇਰਾ ਦੇ। ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ। ਫੂਲਕਾ ਸਾਹਿਬ, ਪਹਿਲਾਂ ਤੇ ਤੁਹਾਨੂੰ ਸ਼ੁਭ ਇੱਛਾਵਾਂ ਦਿੰਨੇ ਅਸੀਂ ਕਿ ਤੁਸੀਂ ਤੰਦਰੁਸਤ ਹੋ ਗਏ, ਤੁਹਾਡਾ ਪਰਿਵਾਰ ਠੀਕ ਹੋ ਗਿਆ। ਔਰ ਦੇਖਣ ਵਾਲੇ ਜਿਹੜੇ ਲੋਕ ਜਾਣਨਾ ਚਾਹੁੰਦੇ ਨੇ ਕਿ ਹੋਮੋਪੈਥੀ ਦੇ ਜ਼ਰੀਏ ਕਿਸ ਤਰ੍ਹਾਂ ਇਲਾਜ ਸੰਭਵ ਹੈਗਾ, ਕਿਉਂਕਿ ਹੋਮੋਪੈਥੀ ਔਰ ਐਲੋਪੈਥੀ ਦੇ ਵਿੱਚ ਵੱਡੀ ਕੰਟਰਡਿਕਸ਼ਨ ਹੈਗੀ ਹੈ। ਐਲੋਪੈਥੀ ਨਾਲ ਇਲਾਜ ਕਰਨ ਵਾਲੇ ਹੋਮੋਪੈਥੀ ਨੂੰ ਕੰਸੀਡਰ ਹੀ ਨਹੀਂ ਕਰਦੇ। ਦੇਖੋ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ, ਇੱਕ ਵਾਇਰਸ ਐਸੀ ਵਾਇਰਸ ਹੈ ਜਿਹਦੇ ਬਾਰੇ ਅਜੇ ਸਭ ਕੁਝ ਪਤਾ ਨਹੀਂ। ਅਜੇ ਵੀ ਨਵੀਆਂ ਚੀਜ਼ਾਂ ਬਾਹਰ ਆ ਰਹੀਆਂ ਅਜੇ ਵੀ। ਤੋ ਇਹਦੇ ਵਿੱਚ ਮੈਂ ਕੋਈ ਡਾਕਟਰ ਨਹੀਂ ਆ, ਮੈਂ ਕੋਈ ਐਲੋਪੈਥੀ ਹੋਮੋਪੈਥੀ ਜਾਂ ਕਿਸੇ ਨੂੰ ਕੰਪੇਅਰ ਨਹੀਂ ਕਰ ਰਿਹਾ, ਮੈਂ ਕੋਈ ਕਿਸੇ ਸਾਇੰਸ ਨੂੰ ਪ੍ਰਮੋਟ ਨਹੀਂ ਕਰ ਰਿਹਾ, ਮੈਂ ਤਾਂ ਆਪਣਾ ਤਜਰਬਾ ਦੱਸ ਰਿਹਾ ਜੀ। ਮੇਰੀ ਤਰ੍ਹਾਂ ਦੇਖੋ, ਮੈਂ ਹੋਮੋਪੈਥੀ ਦਵਾਈ ਦੇ ਵਿੱਚ ਵਿਸ਼ਵਾਸ ਰੱਖਦਾ। 25 ਸਾਲ ਤੋਂ ਸਾਡਾ ਸਾਰਾ ਪਰਿਵਾਰ ਹੋਮੋਪੈਥੀ ਦਵਾਈ ਤੇ, ਅਸੀਂ ਐਲੋਪੈਥੀ ਬਹੁਤ ਹੀ ਘੱਟ ਲੈਂਦੇ ਆ। ਮੇਰੇ ਖਿਆਲ 25 ਸਾਲ ਦੇ ਵਿੱਚ ਮੁਸ਼ਕਿਲ ਨਾਲ ਜੇਕਰ ਕਦੇ 1-2 ਵਾਰੀ ਕਿਤੇ ਐਂਟੀਬਾਇਓਟਿਕ ਲਈ ਹੋਵੇ ਤੇ ਪਰ ਅਸੀਂ ਹੋਮੋਪੈਥੀ ਨਾਲ ਹੀ ਸਾਰਾ ਆਪਣਾ ਇਲਾਜ ਕਰਦੇ। ਤੋ ਜਿਹੜੇ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੂੰ ਐਲੋਪੈਥੀ ਸੂਟ ਨਹੀਂ ਕਰਦੀ ਔਰ ਜਿਨ੍ਹਾਂ ਦਾ ਹੋਮੋਪੈਥੀ 'ਚ ਵਿਸ਼ਵਾਸ ਆ, ਜਿਨ੍ਹਾਂ ਦੇ ਸਰੀਰ ਨੂੰ ਹੋਮੋਪੈਥ ਸੂਟ ਕਰਦੀ ਆ, ਉਹਨਾਂ ਵਾਸਤੇ ਹੋ ਸਕਦਾ ਇਹ ਫਾਇਦੇਮੰਦ ਹੋਵੇ। ਮੈਂ ਸਿਰਫ ਆਪਣਾ ਤਜਰਬਾ ਦੱਸ ਰਿਹਾ, ਆਪਣਾ ਐਕਸਪੀਰੀਅੰਸ ਦੱਸ ਰਿਹਾ। ਬਾਕੀ ਦਵਾਈ ਤੋਂ ਇਲਾਵਾ ਵੀ ਜੋ ਅਸੀਂ ਕੀਤਾ ਉਹ ਦੱਸ ਰਿਹਾ। ਹੋ ਸਕਦਾ ਇਹ ਕੁਝ ਲੋਕਾਂ ਦੇ ਇਹ ਕੰਮ ਆ ਜੇ ਤੇ ਉਹ ਵੀ ਸਾਡੀ ਤਰ੍ਹਾਂ ਵਾਹਿਗੁਰੂ ਦੀ ਮਿਹਰ ਦੇ ਨਾਲ ਉਹ ਵੀ ਤੰਦਰੁਸਤ ਹੋ ਜਾਣ। ਮੇਰਾ ਦੱਸਣ ਦਾ ਮਤਲਬ ਇਹ ਹੈ ਸਾਰਾ। ਦੇਖੋ, ਮੈਂ ਜਿਵੇਂ ਦੱਸਿਆ ਕਿ ਜਦੋਂ ਇਹ ਹੋਇਆ ਮੇਰੇ ਬੇਟੇ ਨੂੰ ਬੜਾ ਹਾਈ ਫੀਵਰ ਹੋ ਗਿਆ, 4.5 ਹੋ ਗਿਆ। ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੈਗੇ ਨੇ ਔਰ ਕਿਹਨੂੰ ਇਹ ਹੋਇਆ ਸੀਗਾ ਕਰੋਨਾ? ਮੇਰੀ ਵਾਈਫ ਤੇ ਮੇਰਾ ਬੇਟਾ ਤੇ ਮੈਂ। ਤੇ ਮੇਰੇ ਬੇਟੇ ਨੂੰ ਬੜਾ ਹਾਈ ਫੀਵਰ ਹੋਇਆ ਸਭ ਤੋਂ ਪਹਿਲਾਂ।
4.5 ਪਹੁੰਚ ਗਿਆ ਸੀ, 104.5 ਤੱਕ ਫੀਵਰ ਪਹੁੰਚ ਗਿਆ ਤੇ ਉਹ 3 ਦਿਨ ਫੀਵਰ ਰਿਹਾ। ਉਸ ਤੋਂ ਬਾਅਦ ਉਹ ਜਦੋਂ ਇਹ ਦਵਾਈ ਲਈ ਹੋਮੋਪੈਥ ਦੀ ਤੇ ਉਹਦਾ ਫੀਵਰ ਤਾਂ ਉਸ ਤੋਂ ਬਾਅਦ ਉਤਰ ਗਿਆ। ਉਸ ਤੋਂ ਬਾਅਦ ਉਹਨੂੰ ਫੀਵਰ ਨਹੀਂ ਹੋਇਆ। ਮੈਨੂੰ ਮੇਰੇ ਵਾਈਫ ਨੂੰ ਵੀ ਫੀਵਰ ਸੀ 102 ਦੇ ਕਰੀਬ ਤੇ ਮੈਨੂੰ ਵੀ ਫੀਵਰ ਸੀ, ਪਰ ਜਦੋਂ ਟੈਸਟ ਕਰਾਇਆ ਤੇ ਇਹਨਾਂ ਮੇਰੇ ਬੇਟੇ ਦਾ ਤੇ ਮੇਰੀ ਵਾਈਫ ਦਾ ਪੋਜ਼ਿਟਿਵ ਨਿਕਲਿਆ, ਮੇਰਾ ਨੈਗੇਟਿਵ ਨਿਕਲਿਆ। ਪਰ ਕਿਉਂਕਿ ਉਹ ਨੈਗੇਟਿਵ ਟੈਸਟ ਵਿੱਚੋਂ ਕਹਿੰਦੇ ਆ ਕਿ ਕਈ ਵਾਰੀ ਨੈਗੇਟਿਵ ਪੱਕਾ ਨਹੀਂ ਹੁੰਦਾ, ਪੋਜ਼ਿਟਿਵ ਸ਼ੋਰ ਹੁੰਦਾ, ਨੈਗੇਟਿਵ ਦਾ ਕਹਿੰਦੇ ਵੀ ਗਰੰਟੀ ਨਹੀਂ ਹੁੰਦੀ। ਕਈ ਵਾਰੀ ਥੋੜੀ ਜੀ ਕੋਈ ਨੈਗੇਟਿਵ ਆ ਜਾਂਦਾ, ਪੋਜ਼ਿਟਿਵ ਵੀ ਹੋਵੇ ਤਾਂ ਵੀ। ਪਰ ਮੈਨੂੰ ਸਾਰੇ ਸਿੰਪਟਮ ਸੀ ਤਾਂ ਮੈਂ ਵੀ ਆਪਣੇ ਆਪ ਨੂੰ ਉਸੇ ਤਰੀਕੇ ਨਾਲ ਹੀ ਕੀਤਾ, ਕਿਉਂਕਿ ਫੀਵਰ ਮੈਨੂੰ ਵੀ ਸੀ, ਬਾਕੀ ਸਾਰੇ ਸਿੰਪਟਮ ਮੈਨੂੰ ਉਸੇ ਤਰ੍ਹਾਂ ਸੀ, ਤਾਂ ਮੈਂ ਵੀ ਆਪਣਾ ਇਲਾਜ, ਆਪਣਾ ਟ੍ਰੀਟਮੈਂਟ ਉਸੇ ਤਰ੍ਹਾਂ ਕੀਤਾ। ਤੇ ਮੇਰੇ ਜਿਹੜਾ ਬੇਟੇ ਨੂੰ ਤਾਂ 4 ਦਿਨ ਤੋਂ ਬਾਅਦ ਉਹਨੂੰ ਫੀਵਰ ਬਿਲਕੁਲ ਨਹੀਂ ਹੋਇਆ। ਮੈਨੂੰ 10 ਦਿਨ ਫੀਵਰ ਰਿਹਾ, 10 ਦਿਨ, ਪਰ ਮੈਂ ਬਿਲਕੁਲ ਪੈਰਾਸੀਟਾਮੋਲ ਲਿਆ। ਕਿਉਂਕਿ ਸਾਡੇ ਡਾਕਟਰ ਸਾਹਿਬ ਜਿਹੜੇ ਕਹਿੰਦੇ ਸੀ ਕਿ ਫੀਵਰ ਇਹ ਵਾਇਰਸ ਨੂੰ ਕੱਢਦਾ। ਵੈਸੇ ਵੀ ਨੈਚੁਰੋਪੈਥੀ, ਮੇਰੇ ਵਾਈਫ ਨੈਚੁਰੋਪੈਥੀ ਡਾਕਟਰ ਨੇ ਖੁਦ, ਤੇ ਉਹ ਨੈਚੁਰੋਪੈਥੀ 'ਚ ਹੈ ਫੀਵਰ ਇਜ਼ ਅ ਫਰੈਂਡ ਆਫ ਦ ਬੋਡੀ। ਤੇ ਉਹ ਪ੍ਰਿੰਸੀਪਲ ਦੇ ਉੱਤੇ ਅਸੀਂ ਮੈਂ ਬਿਲਕੁਲ ਪੈਰਾਸੀਟਾਮੋਲ ਨਹੀਂ ਲਈ, ਫੀਵਰ ਆਪਣੇ ਆਪ ਹੀ ਹੋਣ ਦਿੱਤਾ। ਹੋਮੋਪੈਥੀ ਦਵਾਈ ਲਈ, ਹੋਮੋਪੈਥੀ ਦੇ ਦਵਾਈ ਦੇ ਨਾਲ ਹੀ ਫੀਵਰ ਡਾਊਨ ਆਇਆ ਜਿਹੜਾ ਆਇਆ। ਤੋਂ ਮੇਰੇ ਵਾਈਫ ਨੇ ਬਿਲਕੁਲ ਪੈਰਾਸੀਟਾਮੋਲ। ਮੇਰੇ ਵਾਈਫ ਦਾ ਥੋੜ੍ਹੀ ਜਿਹੀ ਉਹਨਾਂ ਦਾ ਮੇਰੇ ਨਾਲ ਜ਼ਿਆਦਾ ਹਾਲ ਥੋੜ੍ਹਾ ਜਿਹਾ ਜ਼ਿਆਦਾ ਖਰਾਬ ਹੋ ਗਿਆ ਸੀ ਤੇ ਵਿੱਚ ਦੀ ਮਤਲਬ ਕਿ ਕਈ ਵਾਰ ਤਾਂ ਕਿਉਂਕਿ ਇਹ ਤਾਂ ਘਬਰਾਹਟ ਕਈ ਵਾਰੀ ਬੜੀ ਹੋ ਜਾਂਦੀ ਹੈ ਨਾ, ਪਰ ਫਿਰ ਵੀ ਮਤਲਬ ਕਿ ਵਾਹਿਗੁਰੂ ਦੀ ਐਸੀ ਮਿਹਰ ਰਹੀ, ਮੈਂ ਤਾਂ ਬਿਲਕੁਲ ਚੜ੍ਹਦੀ ਕਲਾ ਸੀ, ਮੈਨੂੰ ਤਾਂ ਕੋਈ ਪਰਵਾਹ ਨਹੀਂ ਸੀ। ਤੇ ਮੇਰੇ ਵਾਈਫ ਨੂੰ ਵੀ ਮੇਰੇ ਉਹ ਡਾਕਟਰ ਸਾਹਿਬ ਨੇ ਬਹੁਤ ਹੌਸਲਾ ਦਿੱਤਾ, ਬੜਾ ਹੌਸਲਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਜਦੋਂ ਮੈਨੂੰ ਕਰੋਨੇ ਦਾ ਪਤਾ ਚੱਲਿਆ ਨਾ, ਨੋਬਲ ਲਾਇਰਸ ਨੇ ਨੋਬਲ ਪ੍ਰਾਈਜ਼ ਵਿਨਰ ਕੈਲਾਸ਼ ਸਤਿਆਰਥੀ, ਉਹਨਾਂ ਦਾ ਮੈਨੂੰ ਫੋਨ ਆਇਆ। ਉਹ ਕਹਿੰਦੇ फूलका जी आपने इतनी बड़ी लड़ाई जीते हैं, ये कोरोना क्या चीज है आपके मुकाबले में आप जीतोगे। बस बिल्कुल वही एटीट्यूड, हर पेशेंट का यही एटीट्यूड होना चाहिए। मैं जिंदगी च बड़ा कुछ अचीव किया, एक ही चीज है पॉजिटिव माइंड रखना, पूरा हौसले बुलंद, पूरे हौसले बुलंद, कोई परवाह नहीं करती। और साडे डॉक्टर साहब मेरे वाइफ को लगातार कहते रहे, बल्कि एक बारी तो हो गया सी, और क्योंकि सानू ਅਸੀਂ ਨਾਲ ਹਸਪੀਟਲ ਵੀ ਪੂਰਾ ਅਰੇਂਜਮੈਂਟ ਕੀਤਾ ਵਾ ਸੀ, ਐਮਰਜੈਂਸੀ ਲਈ ਪੂਰਾ ਹਸਪੀਟਲ ਤੇ ਅਰੇਂਜਮੈਂਟ ਸੀਗਾ, ਕਿਉਂਕਿ ਇੱਥੇ ਦਿੱਲੀ 'ਚ ਕਹਿੰਦੇ ਬੈੱਡ ਵੀ ਨਹੀਂ ਮਿਲਦੇ। ਤੇ ਮੈਕਸ ਹਸਪੀਟਲ ਤੋਂ ਡਾਕਟਰ ਸਾਡੇ ਨਾਲ ਰੈਗੂਲਰਲੀ ਇਨ ਟੱਚ ਸੀਗੇ। ਡਾਕਟਰ ਥਾਪਰ ਨੇ ਲੁਧਿਆਣੇ ਦੇ ਵਿੱਚ ਨੇ, ਅਰਨ ਥਾਪਰ ਕਾਰਡੀਓਲੋਜਿਸਟ ਨੇ, ਉਹ ਸਾਡੇ ਫੈਮਿਲੀ ਫਰੈਂਡ ਨੇ, ਤੇ ਉਹਨਾਂ ਨਾਲ ਵੀ ਅਸੀਂ ਇਨ ਟੱਚ ਸੀਗੇ। ਤੇ ਮੇਰਾ ਨੈਫਿਊ ਆ, ਉਹ ਕੋਵਿਡ ਦਾ ਇੰਚਾਰਜ ਆ ਉੱਥੇ ਅਮਰੀਕਾ ਦੇ ਵਿੱਚ, ਵਾਰਡ ਦਾ ਇੰਚਾਰਜ ਸੀ, ਉਹਦੇ ਨਾਲ ਵੀ ਇਨ ਟੱਚ, ਬਲਕਿ ਉਹ ਤਾਂ ਸਾਰਿਆਂ ਨਾਲ ਸੀ। ਪਰ ਇੱਕ ਵਾਰੀ ਤਾਂ ਸਿਚੁਏਸ਼ਨ ਐਸੀ ਹੋ ਗਈ ਸੀ ਜਦੋਂ ਕਿ ਉਹਨਾਂ ਨੇ ਬਲਕਿ ਫੋਰਸ ਕੀਤਾ ਮੈਨੂੰ ਡਾਕਟਰਸ ਨੇ ਕਿ ਜੀ ਫੈਵੀਫਲੂ ਲੈਣੀ ਪਊ। ਉਹ ਮੇਰੇ ਵਾਈਫ ਦਾ ਤਾਂ ਥੋੜ੍ਹੀ ਜਿਹੀ ਹਾਲਤ ਥੋੜ੍ਹੀ ਖਰਾਬ ਹੋ ਗਈ ਸੀ ਤੇ ਉਹਨਾਂ ਨੂੰ ਸੀਗਾ ਕਿ ਲੈਣੀ ਪਏਗੀ, ਪਰ ਸਾਡੇ ਡਾਕਟਰ ਸਾਹਿਬ ਨੇ ਕਿਹਾ ਸਿਰਫ ਸ਼ਾਮ ਤੱਕ ਹੀ। ਉਹਨਾਂ ਨੇ ਉਹ ਦਵਾਈ ਬਦਲੀ, ਹੋਮੋਪੈਥੀ ਦਵਾਈ ਬਦਲ ਕੇ ਦੂਜੀ ਦਵਾਈ ਦਿੱਤੀ। ਮੈਂ ਦਵਾਈਆਂ ਦੇ ਨਾਮ ਨਹੀਂ ਦੱਸੂਗਾ, ਨਹੀਂ ਤੇ ਹੋ ਜਾਊਗਾ ਮੈਂ ਕੋਈ ਦਵਾਈ ਪ੍ਰਮੋਟ ਕਰਾਂ, ਪਰ ਉਹਨਾਂ ਨੇ ਦਵਾਈ ਬਦਲ ਕੇ ਦਿੱਤੀ। ਸ਼ਾਮ ਤੱਕ ਉਹਨਾਂ ਦੀ ਪੀਸ਼ ਬਣ, ਅਗਲੇ ਦਿਨ ਉਦੋਂ ਵੀ ਬੈਠ ਗਏ। ਤੇ ਫਿਰ ਹੋਮੋਪੈਥਿਕ ਦਵਾਈ ਦਾ ਨਾਮ ਦੱਸ ਦੋਗੇ ਫੁਲਕਾ ਸਾਹਿਬ, ਤਾਂ ਕਿ ਲੋਕ ਮੈਂ ਨਹੀਂ ਦੱਸੂਗਾ ਉਹਦੇ 'ਚ, ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੇ ਸਾਡੇ ਡਾਕਟਰ ਸਾਹਿਬ ਆ, ਹੋਮੋਪੈਥੀ ਸਾਇੰਸ ਇਹ ਕਹਿੰਦੀ ਆ, ਹੋਮੋਪੈਥੀ ਟ੍ਰੀਟਸ ਬੋਡੀ ਨਾਟ ਡਿਜ਼ੀਜ਼। ਜਿਹੜੇ ਸਾਡੇ ਡਾਕਟਰ ਸਾਹਿਬ ਆ ਉਹ ਤਾਂ ਪਰਟੀਕੂਲਰਲੀ ਇਹ ਕਹਿੰਦੇ ਆ, 25 ਸਾਲ ਤੋਂ ਉਹੀ ਡਾਕਟਰ ਨੇ, ਸਾਡੇ ਪਰਿਵਾਰਕ ਮੈਂਬਰ ਆ, ਰਾਜਪੁਰੀ ਮੇਰੇ ਸਸੁਰਾਲ ਆ, ਔਰ ਸਾਡੇ ਪਰਿਵਾਰਕ ਮੈਂਬਰ ਆ। 25 ਸਾਲ ਤੋਂ ਮਿਲ ਕੇ ਉਹ ਤਾਂ ਇਹੀ ਗੱਲ ਕਹਿੰਦੇ ਆ ਕਿ ਮੈਂ ਤਾਂ ਤੁਹਾਡੀ ਬੋਡੀ ਨੂੰ ਟ੍ਰੀਟ ਕਰ ਰਿਹਾ, ਬੋਡੀ ਡਿਜ਼ੀਜ਼ ਨੂੰ ਟ੍ਰੀਟ ਕਰ ਰਿਹਾ। ਤਾਂ ਉਹੀ ਪ੍ਰਿੰਸੀਪਲ ਉਹਨਾਂ ਨੇ ਕਿਹਾ ਮੈਂ ਤਾਂ ਤੁਹਾਡੇ ਸਿੰਪਟਮ ਦੇਖ ਕੇ ਤੁਹਾਡੀ ਬੋਡੀ। ਅੱਛਾ, ਵੈਸੇ ਵੀ ਇਹ ਕਰੋਨਾ ਵੀ ਤਾਂ ਵੈਸੇ ਵੀ ਕਹਿੰਦੇ ਕਰੋਨਾ ਦੀ ਕੋਈ ਦਵਾਈ ਤਾਂ ਹੈ ਨਹੀਂ, ਬੋਡੀ ਨੂੰ ਸਟਰੈਂਥਨ ਕਰ ਰਹੇ ਹੋ ਤਾਂ ਕਿ ਬੋਡੀ ਇਮਿਊਨਿਟੀ ਅੱਛੀ ਹੈ ਤੇ ਤੁਸੀਂ ਉਹਦੇ ਨਾਲ ਲੜ ਸਕਦੇ ਹੋ। ਹਾਂਜੀ, ਤਾਂ ਉਸ ਤਰ੍ਹਾਂ ਕਰਕੇ ਉਹਨਾਂ ਨੇ। ਕਿਹੜੇ ਡਾਕਟਰ ਕਿਹੜੇ ਨੇ? ਮੇਰਾ ਖਿਆਲ ਹੈ ਫਿਰ ਲੋਕ ਕਹਿੰਦੇ ਆ ਜੀ ਡਾਕਟਰ ਨੂੰ ਪ੍ਰਮੋਟ ਕਰ ਰਹੇ ਹੋ। ਨਹੀਂ, ਇਹ ਪ੍ਰਮੋਸ਼ਨ ਦਾ ਨਹੀਂ ਸਾਡਾ ਫੁਲਕਾ ਸਾਹਿਬ, ਇਹ ਇੰਟਰਵਿਊ ਕਰਨ ਦਾ ਮੇਰੀ ਗੱਲ ਸੁਣ ਲਓ। ਮੈਂ ਤੁਹਾਨੂੰ ਇੱਕ ਗੱਲ ਦੱਸਿਆ, ਮੈਨੂੰ ਬੜਾ ਅਫਸੋਸ ਹੋਇਆ, ਬਹੁਤ ਅਫਸੋਸ ਹੋਇਆ। ਮੈਂ ਤਾਂ ਇਹ ਲੋਕਾਂ ਦੀ ਹੈਲਪ ਕਰਨ ਵਾਸਤੇ, ਮਦਦ ਵਾਸਤੇ ਇਹ ਵੀਡੀਓ ਪਾਈ, ਜਿਹੜੀ ਕਿ ਪਰਸੋਂ ਮੈਂ ਰਾਤ ਸ਼ਾਮ ਨੂੰ ਪਾਈ, ਅੱਜ ਤੱਕ ਬਹੁਤ ਜ਼ਿਆਦਾ ਚੱਲੀ। ਮਤਲਬ ਕਿ ਇੱਥੇ ਸੁਪਰੀਮ ਕੋਰਟ, ਮੈਂ ਹਿੰਦੀ 'ਚ ਪਾਈ ਸੀ ਅੱਜ ਤੱਕ, ਇੱਥੇ ਦਿੱਲੀ 'ਚ ਵੀ ਕੰਮ, ਸੁਪਰੀਮ ਕੋਰਟ ਦੇ ਵਕੀਲਾਂ 'ਚੋਂ ਬਹੁਤ ਜ਼ਿਆਦਾ ਚੱਲੀ ਆ, ਬੜਾ ਪਪੂਲਰ ਹੋ ਗਿਆ। ਪਰ ਇੱਥੇ ਤੁਹਾਡੇ ਪੰਜਾਬ ਦੇ ਹੈਮੋਪੈਥਿਕ ਕੌਂਸਲ ਦੇ
ਇੱਕ ਮੈਂਬਰ ਨੇ ਚੁੱਕ ਕੇ ਮੈਨੂੰ ਲਿਖਤਾ ਕਿ ਤੁਸੀਂ ਤਾਂ ਐਨਡੀਐਮਏ ਦੇ ਕੇਸ ਦੇ ਵਿੱਚ ਤੁਹਾਡੇ ਵਾਸਤੇ ਕੇਸ ਹੋ ਸਕਦਾ, ਤੁਸੀਂ ਕਿਵੇਂ ਕਲੇਮ ਕਰ ਸਕਦੇ ਹੋ ਹੋਮੋਪੈਥੀ ਤੋਂ ਠੀਕ ਹੋਇਆ। ਬਲਕਿ ਇਹੋ ਜਿਹੇ ਬੇਵਕੂਫੇ ਹੋਮੋਪੈਥੀ ਕਾਉਂਸਲ ਦੇ ਵਿੱਚ ਲੋਕ ਬੈਠੇ, ਇਹੋ ਜਿਹੇ ਪਾਗਲ ਬੈਠੇ ਆ, ਤਾਂ ਐਵੇਂ ਮੇਰੇ ਡਾਕਟਰ ਨੂੰ ਕੁਝ ਕਰਨ ਲੱਗ ਜਾਣ ਤਾਂ ਮੈਂ ਉਹ ਨਹੀਂ ਦੱਸੂਗਾ। ਜਿਹੜਾ ਤੁਹਾਡਾ ਆਪਣਾ ਡਾਕਟਰ ਆ, ਕਿਉਂਕਿ ਇਹੋ ਜਿਹੇ ਪਾਗਲ ਬੰਦਿਆਂ ਨੂੰ ਤਾਂ ਕੁਝ ਵੀ ਐਕਸਪੈਕਟ ਕੀਤਾ ਜਾ ਸਕਦਾ। ਮੈਂ ਬੜਾ ਹੈਰਾਨ ਆ ਕਿ ਹੋਮੋਪੈਥੀ ਡਾਕਟਰ ਆਪਣੀ ਕਾਉਂਸਲ 'ਚ ਇਹੋ ਜਿਹੇ ਬੰਦਿਆਂ ਨੂੰ ਕਿਵੇਂ ਬਿਠਾ ਸਕਦੇ ਆ। ਉਹ ਮੈਨੂੰ ਕਹਿੰਦੇ ਤੁਸੀਂ ਝੂਠਾ ਕਲੇਮ ਕਰ ਰਹੇ ਹੋ, ਹੋਮੋਪੈਥੀ ਦਵਾਈ ਨਾਲ ਠੀਕ ਹੀ ਨਹੀਂ ਹੋਈ। ਇਹ ਹੋਮੋਪੈਥੀ ਕਾਉਂਸਲ ਵਾਲੇ ਕੁਝ ਕਹੀ ਜਾਂਦੇ ਆ ਯਾਰ, ਇਹਨਾਂ ਨੂੰ ਮੈਂ ਤਾਂ ਸਮਝ ਨਹੀਂ ਆਉਂਦੀ। ਹੋਮੋਪੈਥਿਕ ਕਾਉਂਸਲ ਨੂੰ ਆਪਦੀ ਥੈਰੇਪੀ ਤੇ ਭਰੋਸਾ ਨਹੀਂ ਹੈਗਾ ਕਿ ਹੋਮੋਪੈਥੀ ਠੀਕ ਕਰ ਸਕਦੀ ਹੈ। ਬੰਦੇ ਨੇ ਮੇਰਾ ਤੁਸੀਂ ਅੱਜ ਵੀ ਚਲੇ ਜਾਓ ਫੇਸਬੁੱਕ ਤੇ ਮੈਸੇਜ ਪਾਇਆ ਵਾ ਕਿ ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਤਾਂ ਹੋਮੋਪੈਥੀ ਨਾਲ ਠੀਕ ਹੀ ਨਹੀਂ ਹੋਏ। ਤਾਂ ਇਸ ਕਰਕੇ ਨਾ ਮੈਂ ਡਾਕਟਰਾਂ ਨਾਲ ਦੱਸੂਗਾ ਨਾ ਮੈਡੀਸਨ ਨਾਲ। ਮੈਂ ਉਹਨਾਂ ਬੰਦਿਆਂ ਵਾਸਤੇ ਕਹਿ ਰਿਹਾ ਜਿਹੜੇ ਕਿ ਇਸ ਵਿੱਚ ਵਿਸ਼ਵਾਸ ਕਰਦੇ ਆ, ਉਹਨਾਂ ਨੂੰ ਮੈਂ ਦੱਸ ਰਿਹਾ। ਦੋ ਤਿੰਨ ਚੀਜ਼ਾਂ ਤੁਹਾਨੂੰ ਹੋਰ ਦੱਸੂ ਹੋਮੋਪੈਥੀ ਤੋਂ। ਦੇਖੋ, ਇੱਕ ਅਸੀਂ ਅਲਕਲਾਈਨ ਡਾਈਟ ਲਈ ਆ, ਪੂਰੀ ਟੋਟਲ ਅਲਕਲਾਈਨ ਡਾਈਟ। ਅਲਕਲਾਈਨ ਡਾਈਟ ਦਾ ਮਤਲਬ ਅਸੀਂ ਪਹਿਲੇ 3 ਦਿਨ ਜੂਸਿਸ ਤੇ ਰਹੇ ਹਾਂ, ਨਾਰੀਅਲ ਪਾਣੀ ਬਹੁਤ ਪੀਤਾ, ਕਾੜਾ ਅਸੀਂ ਇੱਕ ਵਾਰੀ ਵੀ ਨਹੀਂ ਪੀਤਾ। ਦੋ ਵਾਰੀ ਅਸੀਂ ਕਾੜਾ ਇੱਕ ਦਿਨ ਲਿਆ ਸੀ ਤੇ ਉਹਦੇ ਨਾਲ ਸਾਡਾ ਬੁਰਾ ਹਾਲ ਹੋ ਗਿਆ, ਕਿਉਂਕਿ ਅਸੀਂ ਆਲਰੇਡੀ ਅਲਕਲਾਈਨ ਡਾਈਟ ਤੇ ਸੀ। ਤੇ ਡਾਕਟਰ ਸਾਹਿਬ ਨੇ ਕਿਹਾ ਕਿ ਬਿਲਕੁਲ ਨਹੀਂ, ਕਾੜਾ ਬੰਦ ਕਰ ਦਿਓ। ਅਸੀਂ ਨਾਰੀਅਲ ਪਾਣੀ ਬਹੁਤ ਪੀਤਾ, ਦਿਨ ਵਿੱਚ 3-3 4-4 ਵਾਰੀ ਨਾਰੀਅਲ ਪਾਣੀ ਪੀਤਾ, ਮਸੰਮੀ ਦਾ ਜੂਸ ਪੀਤਾ, ਪਾਈਨਐਪਲ ਦਾ ਜੂਸ ਪੀਤਾ। 3 ਦਿਨ ਤਾਂ ਅਸੀਂ ਸਿਰਫ ਫਰੂਟ ਤੇ ਜੂਸਿਸ ਤੇ ਰਹੇ। ਵਿਟਾਮਿਨ ਸੀ ਵਧਾਇਆ, ਵਿਟਾਮਿਨ ਸੀ ਤਾਂ ਬਹੁਤ ਖਾਇਆ ਵੀ ਬਹੁਤ, ਵਿਟਾਮਿਨ ਸੀ ਵੀ ਖਾਇਆ, ਏ ਵੀ ਖਾਇਆ, ਡੀ ਵੀ ਖਾਇਆ, ਜ਼ਿੰਕ ਕੋਵਿਡ ਵੀ ਖਾਇਆ। ਉਹ ਤਾਂ ਖਾਣੇ ਆ, ਉਹ ਤਾਂ ਲੈਣੇ ਆ, ਉਹਨਾਂ ਜ਼ਰੂਰਤ ਆ। ਤੇ ਉਹਦੇ ਨਾਲ ਨਾ ਮਤਲਬ ਕਿ ਹੁਣ ਕੁਝ ਬੰਦਿਆਂ ਨੂੰ ਇਹ ਗਰਮ ਚੀਜ਼ਾਂ ਨਹੀਂ ਸੂਟ ਕਰਦੀਆਂ, ਜਿਵੇਂ ਮੈਨੂੰ, ਮੇਰੀ ਬੋਡੀ ਨੂੰ ਨਹੀਂ ਕਰਦੀਆਂ, ਮੇਰੀ ਵਾਈਫ ਦੀ ਬੋਡੀ ਨੂੰ ਨਹੀਂ ਕਰਦੀਆਂ। ਤੇ ਇਸ ਕਰਕੇ ਅਸੀਂ ਕਾੜਾ ਨਹੀਂ ਲਿਆ। ਇਹ ਮਤਲਬ ਕਿ ਇੱਕ ਨਵਾਂ ਪ੍ਰੋਟੋਕਾਲ ਇੱਕ ਤਰ੍ਹਾਂ, ਸ਼ਾਇਦ ਕਿਸੇ ਦੇ ਇਹ ਕੰਮ ਆ ਜੇ। तो ਅਸੀਂ ਇਹ ਅਲਕਲਾਈਨ ਡਾਈਟ ਲੈ ਕੇ, ਬਲਕਿ ਜਿੰਨਾ ਜੋ ਇਹ ਸਰੋਤੇ ਆ ਜਿਹੜੇ ਸੁਣ ਰਹੇ ਆ, ਆਪਣੇ ਡਾਕਟਰ ਨੂੰ ਪੁੱਛ ਕੇ ਲਿਓ। ਪਰ ਇਹ ਵੀ ਤਰੀਕਾ ਹੈਗਾ ਜਿਹੜਾ ਮੈਂ ਦੱਸਣਾ। ਇੱਕ ਮੈਂ ਸਭ ਤੋਂ ਵੱਡੀ ਗੱਲ ਜੋ ਮੈਂ ਆਪਣੀ ਵੀਡੀਓ ਦੇ ਵਿੱਚ ਵੀ ਕਹੀ ਸੀ ਕਿ ਜਦੋਂ ਆਪਾਂ ਨੂੰ ਪਤਾ ਚੱਲਦਾ ਕਿਸੇ ਨੂੰ ਹੋ ਗਿਆ, ਆਪਾਂ ਫਟਾਫਟ ਉਹ ਬੰਦੇ ਨੂੰ ਫੋਨ ਕਰਨ ਲੱਗ ਜਾਂਦੇ। ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਪੂਰੀ ਬੇਨਤੀ ਆ ਕਿ ਕਦੇ ਵੀ ਪੇਸ਼ੈਂਟ ਨੂੰ ਫੋਨ ਨਾ। ਪੇਸ਼ੈਂਟ ਆਲਰੇਡੀ ਬੜਾ ਘਬਰਾਇਆ ਹੁੰਦਾ। ਸਾਡੀ ਕੀ ਆਦਤ ਆ, ਕਾੜਾ ਲੈ ਲਾ, ਹਲਦੀ ਲੈ ਲਾ, ਦੁੱਧ 'ਚ ਪਾ ਲਾ, ਸਾਰੇ ਡਾਕਟਰ ਬਣ ਜਾਂਦੇ ਆ। ਇੰਨਾ ਮਤਲਬ ਕਿ ਮੈਨੂੰ ਇੰਨਾ ਕਨਫਿਊਜ਼ ਕਰਤਾ ਸੀ, ਬਾਕੀ ਤਾਂ ਤੁਸੀਂ ਖਾਲੀ ਛੱਡੋ। ਮੈਂ ਅਲਟੀਮੇਟਲੀ ਮੇਰੀ ਡਾਕਟਰ ਦੇ ਨੰਬਰ ਦਿੱਤੇ, ਮੈਂ ਫੋਨ ਚੁੱਕਣੇ ਬੰਦ ਕੀਤੇ। ਜ਼ਿਆਦਾ ਤਾਂ ਮੈਂ ਦੱਸਿਆ ਨਹੀਂ ਸੀ, ਜਿੰਨਾ ਥੋੜਾ ਜਿਹਾ ਪਤਾ ਸੀ। ਮੇਰੀ ਡਾਕਟਰ ਦੇ ਨੰਬਰ ਸੀ, ਡਾਕਟਰ ਵੀ ਮੇਰੇ ਡਾਕਟਰ ਦੇ ਨਾਲ ਹੀ ਗੱਲ ਕਰ ਸੀ ਸਾਰੇ ਉਹਦੇ। ਮੈਂ ਸਾਰਿਆਂ ਨੂੰ ਇਹ ਗੱਲ ਕਹਿਤੀ, ਮੈਂ ਕਿਹਾ ਵੀ ਜਦੋਂ ਮੇਰੇ ਨਾਲ ਗੱਲ ਕਰਨੀ ਆ ਤਾਂ ਇਹ ਗੱਲ ਕਰਨੀ ਆ ਕਿ ਜੀ ਦਿੱਲੀ ਦੇ ਵਿੱਚ ਸਰਵੇ ਆ ਗਿਆ ਕਿ ਜੇ 23% ਬੰਦੇ ਦਿੱਲੀ 'ਚ ਹੋ ਕੇ ਠੀਕ ਹੋ ਗਏ, ਮਤਲਬ ਕਿ 25 ਲੱਖ ਤਾਂ ਠੀਕ ਹੋ ਗਏ ਨਾ, ਤੇ ਤੁਸੀਂ ਇਹ 'ਚ ਕਿਹੜੀ ਆ। ਹਮੇਸ਼ਾ ਪੇਸ਼ੈਂਟ ਨਾਲ ਇਹ ਗੱਲ ਕਰਨੀ ਹੈ ਕਿ ਉਹ ਉੱਥੇ 10 ਮੇਰੇ ਰਿਸ਼ਤੇਦਾਰਾਂ ਨੂੰ ਹੋਇਆ ਸੀ, ਉਹ ਚੰਗੇ ਭਲੇ ਆ ਸਾਰੇ, ਘਬਰਾਉਣ ਦੀ ਲੋੜ ਨਹੀਂ, ਕੋਈ ਗੱਲ ਨਹੀਂ। ਉਹ ਹਮੇਸ਼ਾ ਇਹ ਐਸੀਆਂ ਗੱਲਾਂ ਕਰਨੀਆਂ ਚਾਹੀਦੀਆਂ। ਫੁਲਕਾ ਸਾਹਿਬ, ਜੋ ਲੋਕ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਦੀ ਡਾਈਟ ਲੈ ਕੇ ਠੀਕ ਹੋਇਆ ਜਾ ਸਕਦਾ, ਬਾਡੀ ਨੂੰ ਠੀਕ ਕੀਤਾ ਜਾ ਸਕਦਾ। ਐਲਕਲਾਈਨ ਡਾਈਟ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਐਲਕਲਾਈਨ ਇਨਟੇਕ ਦੀ ਗੱਲ ਕਰਦੇ ਹੋ, ਤੇ ਉਹ ਕੀ ਹੋਣਾ ਚਾਹੀਦਾ ਉਹਦੇ 'ਚ ਥੋੜਾ ਸਪੈਸੀਫਿਕਲੀ ਦੱਸੋ। ਮੈਂ ਕੁਛ ਨਹੀਂ ਦੱਸੂਗਾ, ਮੈਂ ਡਾਕਟਰ ਨਹੀਂ ਹਾਂ। ਮੈਂ ਦੱਸੂਗਾ ਮੈਂ ਆਪਣੇ ਆਪ ਨੂੰ ਕਿਵੇਂ ਠੀਕ ਕੀਤਾ। ਤੁਸੀਂ ਉਹੀ ਤੁਸੀਂ ਕੀ ਲਿਆ? ਮੈਂ ਤੁਹਾਨੂੰ ਅਸੀਂ ਪਹਿਲੀ ਗੱਲ ਤਾਂ ਪਹਿਲੇ ਦਿਨ ਤੋਂ ਹੀ ਸਾਨੂੰ ਜਦੋਂ ਡਾਕਟਰ ਸਾਹਿਬ ਨੇ ਇਹ ਮੈਡੀਸਨ ਦੇਣੀ ਸ਼ੁਰੂ ਕੀਤੀ, ਅੱਛਾ ਉਹਨਾਂ ਨੇ ਸਾਨੂੰ ਤਿੰਨਾਂ ਨੂੰ ਡਿਫਰੈਂਟ ਮੈਡੀਸਨ ਦਿੱਤੀ, ਸਾਡੀ ਬਾਡੀ ਦਾ ਕਨਸਟੀਟਿਊਸ਼ਨ ਦੇਖ ਕੇ, ਔਰ ਤਿੰਨਾਂ ਨੂੰ ਡਿਫਰੈਂਟ ਮੈਡੀਸਨ ਦਿੱਤੀ। ਪਹਿਲੀ ਗੱਲ। ਇੱਕ ਗੱਲ ਜਿਹੜੀ ਮੈਂ ਤੁਹਾਨੂੰ ਹੋਰ ਦੱਸਦਾ ਜਿਹੜਾ ਅਸੀਂ ਕੀਤਾ, ਇੱਕ ਨਾ ਅਸੀਂ ਨਿੰਬੂ ਦਾ ਰਸਾ ਕੱਢ ਕੇ ਨਾ ਉਹ ਲੰਬੇ ਪੈ ਕੇ ਨੱਕ ਵਿੱਚ ਪਾਏ। ਉਹ ਜੋ ਤੁਸੀਂ ਨੱਕ 'ਚ ਪਾਉਣੇ ਹੋ ਨਾ, ਉਹ ਜਦੋਂ ਪਾਉਣੇ ਇੱਕਦਮ ਉਹ ਗਲੇ 'ਚ ਜਾਂਦਾ, ਗਲੇ 'ਚ ਜਾ ਕੇ ਤੁਹਾਨੂੰ ਉਲਟੀ ਆਉਂਦੀ ਆ, ਬਲਗਮ ਨਿਕਲਦੀ ਆ ਇੱਕਦਮ, ਔਰ ਇੱਕ ਤਾਂ ਬੁਰਾ ਹਾਲ ਹੋ ਜਾਂਦਾ। ਤੇ ਪਰ ਉਸ ਤੋਂ ਮਗਰੋਂ ਆਏ ਲੱਗਦਾ ਜਿਵੇਂ ਕਿ ਤੁਸੀਂ ਸਾਰੇ ਵਾਇਰਸ ਕੱਢ ਕੇ ਬਾਹਰ ਸੁੱਟਦੇ। ਉਦੋਂ 15 ਮਿੰਟ ਬਾਅਦ ਗਰਮ ਪਾਣੀ ਦੇ ਵਿੱਚ ਨਮਕ ਪਾ ਕੇ ਤੇ ਵਿੱਚ ਨਿੰਬੂ ਪਾ ਕੇ ਉਹਦੇ ਨਾਲ ਗਾਰਗਲ ਕਰਨੀ। 15-20 ਮਿੰਟ ਬਾਅਦ ਇੱਥੇ ਨਾਰੀਅਲ ਦਾ ਤੇਲ, ਕੋਕੋਨਟ ਆਇਲ, ਉਹ ਦੋਨਾਂ ਨੱਕ 'ਚ ਪਾ ਕੇ ਤੇ ਲਿਟ, ਬਲਕਿ ਘੰਟੇ ਦੀ ਪ੍ਰਕਿਰਿਆ ਅਸੀਂ ਤਿੰਨਾਂ ਨੇ ਉਹ ਕੀਤੀ। ਇਹ ਤਿੰਨਾਂ ਦਾ ਜਿੰਨਾ ਸਾਡਾ ਹਾਲ ਖਰਾਬ ਹੋ ਰਿਹਾ ਸੀ ਨਾ, ਇੱਕਦਮ ਉਹਨੂੰ ਬ੍ਰੇਕ ਲਾ ਕੇ ਉੱਥੇ ਇੰਪਰੂਵਮੈਂਟ ਸ਼ੁਰੂ ਹੋ ਗਈ ਤਿੰਨਾਂ ਦੇ ਵਿੱਚ। ਇਹ ਵਾਲੀ ਗੱਲ ਇਹ ਮੈਂ ਦੱਸਾਂ। ਦੂਸਰੀ ਗੱਲ, ਜਿਹੜੇ ਮੇਰੇ ਡਾਕਟਰ ਸਾਹਿਬ ਨੇ, ਉਹਨਾਂ ਨੇ ਕਿਹਾ ਨਾਰੀਅਲ ਪਾਣੀ, ਅਸੀਂ ਨਾਰੀਅਲ ਪਾਣੀ ਪੀਤਾ, ਮਸੰਮੀ ਦਾ ਜੂਸ ਪੀਤਾ, ਮੇਰੇ ਵਾਈਫ ਨੇ ਘੱਟ ਪੀਤਾ, ਮੈਂ ਤੇ ਮੇਰੇ ਬੇਟੇ ਨੇ ਮਸੰਮੀ ਦਾ ਜੂਸ ਪੀਤਾ, ਤੇ ਅਸੀਂ ਪਾਈਨਐਪਲ ਦਾ ਜੂਸ ਪੀਤਾ।
ਤੇ ਨਾਲ ਅਸੀਂ ਫਰੂਟ ਖਾਇਆ। ਪਹਿਲੇ ਦਿਨ ਤਾਂ ਅਸੀਂ ਇੱਥੇ ਰਹੇ, ਅਸੀਂ ਕੋਈ ਅੰਨ ਨਹੀਂ ਖਾਇਆ। ਇਹ ਨੈਚੁਰੋਪੈਥੀ ਦਾ ਪ੍ਰਿੰਸੀਪਲ ਆ ਉਹਦੇ ਤੇ ਉਹਦੇ ਨਾਲ ਬੋਡੀ ਨੇ ਆਪਣੇ ਆਪ ਨੂੰ ਕਲੀਨਜ਼ਿੰਗ, ਬੋਡੀ ਦੀ ਕਲੀਨਜ਼ਿੰਗ ਜਿਹਨੂੰ ਕਹਿੰਦੇ ਆ ਨਾ, ਉਹ ਪ੍ਰੋਸੈਸ ਉਹਦੇ ਨਾਲ ਹੋ ਗਿਆ। ਤੀਜੇ ਦਿਨ ਤੋਂ ਬਾਅਦ ਅਸੀਂ ਜਾ ਕੇ ਖਿਚੜੀ ਵਗੈਰਾ ਸ਼ੁਰੂ ਕੀਤੀ ਤੇ ਬਾਕੀ ਖਾਣੇ। ਅੱਛਾ, ਦੂਜੀ ਗੱਲ ਇੱਕ ਕਹੀ ਜਾਂਦੀ ਆ ਕਿ ਜੀ ਇਹਦੇ 'ਚ ਪਨੀਰ ਬਹੁਤ ਖਾਓ, ਜਿਹੜਾ ਕਿਹਾ ਜਾਂਦਾ, ਪਰ ਸਾਡੇ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਮਿਲਕ ਪ੍ਰੋਡਕਟ ਤੁਸੀਂ 10 ਦਿਨ ਨਹੀਂ ਲੈਣੀ। ਅਸੀਂ 10 ਦਿਨ ਮਿਲਕ ਪ੍ਰੋਡਕਟ ਬਿਲਕੁਲ ਨਹੀਂ ਲੈਣੀ। ਤੇ ਇਹ ਜਿਹੜਾ ਹੋ ਸਕਦਾ ਕਿ ਤੁਹਾਡੇ ਚੋਂ ਵੀ ਕਿਸੇ ਦੇ ਕੰਮ ਆ ਜੇ, ਪਰ ਇਹ ਆਪਣੇ ਡਾਕਟਰ ਤੋਂ ਬਿਨਾਂ ਪੁੱਛੇ। ਮੈਂ ਡਾਕਟਰ ਨਹੀਂ ਹਾਂ, ਮੇਰੀ ਐਡਵਾਈਸ ਤੇ ਨਹੀਂ, ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ। ਔਰ ਇੱਕ ਕੰਮ ਮੈਂ ਜ਼ਰੂਰ ਕਰ ਰਿਹਾ, ਮੈਂ ਤੁਹਾਨੂੰ ਮੈਂ ਹੈਲਥ ਮਿਨਿਸਟਰ ਨੂੰ ਇਹ ਲੈਟਰ ਲਿਖ ਰਿਹਾ ਕਿ ਜਿਹੜਾ ਇਹ ਕਹਿ ਰਹੇ ਆ ਜਾਂ ਜਿਹੜੇ ਹੋਮੋਪੈਥਿਕ ਕੌਂਸਲ 'ਚ ਇਹੋ ਜਿਹੇ ਬੇਵਕੂਫ ਬੰਦੇ ਬੈਠੇ ਆ ਉਹ ਖੁਦ ਇਹਦੀ ਬਜਾਏ ਕਿ ਇਹ ਮੇਰੇ ਸਟੇਟਮੈਂਟ ਦਾ ਫਾਇਦਾ ਲੈ ਕੇ ਜਾ ਕੇ ਹੋਮੋਪੈਥਿਕ ਟ੍ਰੀਟਮੈਂਟ ਅਲਾਉ ਕਰਵਾਉਣ। ਮੈਂ ਹੈਲਥ ਮਿਨਿਸਟਰ ਹਰਸ਼ਵਰਧਨ ਨੂੰ ਲੈਟਰ ਲਿਖ ਰਿਹਾ, ਮੇਰਾ ਦੋਸਤ ਹੀ ਹੈ, ਕਿ ਹੋਮੋਪੈਥੀ ਨੂੰ ਅਲਾਉ ਕਰੋ। ਕਿ ਦੇਖੋ ਜਦੋਂ ਹੁਣ ਕੇਸਿਸ ਵੱਧ ਰਹੇ ਆ ਤੇ ਤੁਹਾਡੇ ਕੋਲ ਇੰਨੇ ਜ਼ਿਆਦਾ ਹੋਮੋਪੈਥੀ ਡਾਕਟਰ ਆ, ਇਹ ਹੋਮੋਪੈਥੀ ਨੂੰ ਅਲਾਉ ਕਰੋ। ਜਿਹੜੇ ਬੰਦੇ ਕੰਪਲਸਰੀ ਨਾ ਦਿਓ, ਜਿਹੜਾ ਲੈਣਾ ਚਾਹੁੰਦਾ ਉਹਨੂੰ ਆਪਸ਼ਨ ਦਿਓ। ਅੱਛਾ, ਦੂਜੀ ਗੱਲ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਾਂ ਕਿ ਜਿਹੜਾ ਹੋਮੋਪੈਥਿਕ ਦਾ ਇਲਾਜ ਲੈਣਾ ਚਾਹੁੰਦਾ ਉਹ ਕਰਾ ਸਕੇ, ਹੋਮੋਪੈਥੀ ਦਾ ਉਹਨੂੰ ਇਜਾਜ਼ਤ ਦਿੱਤੀ ਜਾਏ। ਅੱਛਾ, ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸਾਂ, ਜੇਕਰ ਵਾਹਿਗੁਰੂ ਨਾ ਕਰੇ ਕਿਸੇ ਨੂੰ ਕਦੇ ਕਰੋਨਾ ਹੋ ਜਾਏ ਔਰ ਪੇਸ਼ੈਂਟ ਆਪਣਾ ਟ੍ਰੀਟਮੈਂਟ ਹੋਮੋਪੈਥੀ ਦਾ ਲੈਣਾ ਚਾਹੁੰਦਾ ਹੋਵੇ, ਕੋਈ ਦੁਨੀਆ ਦੀ ਤਾਕਤ ਉਹਨੂੰ ਰੋਕ ਨਹੀਂ ਸਕਦੀ। ਇਹ ਜਿਹੜਾ ਹੋਮੋਪੈਥਿਕ ਕਾਉਂਸਲ ਵਾਲੇ ਮੈਨੂੰ ਐਨਡੀਐਮਏ ਦਾ ਡਰ ਪਾ ਰਿਹਾ ਹੈ ਨਾ, ਉਹ ਜਿਹੇ ਬੇਵਕੂਫ ਬੰਦੇ ਨਹੀਂ ਮੈਂ ਅੱਜ ਤੱਕ ਕਦੇ ਦੇਖੇ ਹੈ। ਪੇਸ਼ੈਂਟ ਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ? ਮੈਂ ਜੋ ਮਰਜ਼ੀ ਲਵਾਂ, ਜਿਹੜੀ ਮਰਜ਼ੀ ਦਵਾਈ ਲਵਾਂ, ਪੇਸ਼ੈਂਟ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ? ਪੇਸ਼ੈਂਟ ਨੂੰ ਮੈਂ ਐਜ਼ ਅ ਪੇਸ਼ੈਂਟ, ਐਜ਼ ਅ ਲਾਇਰ ਤੁਹਾਨੂੰ ਤੁਹਾਡੇ ਰਾਈਟ ਦੱਸ ਰਿਹਾ। ਤੁਹਾਡੀ ਆਪਣੀ ਮਰਜ਼ੀ ਆ ਜਿਹੜੀ ਤੁਸੀਂ ਦਵਾਈ ਲੈਣੀ ਹੈ। ਹਾਂ ਠੀਕ ਆ, ਜੇ ਤੁਸੀਂ ਹਸਪੀਟਲ 'ਚ ਚਲੇ ਗਏ ਤੇ ਹਸਪੀਟਲ ਤਾਂ ਫਿਰ ਤੁਸੀਂ ਉਹਨਾਂ ਦੇ ਪਾਸੋਂ, ਫਿਰ ਤਾਂ ਹਸਪੀਟਲ ਵਾਲੇ ਆਪਣੀ ਦਵਾਈ ਦੇਣਗੇ। ਪਰ ਇਹ ਹੋਮ ਕੁਆਰੰਟਾਈਨ, ਇਸੇ ਕਰਕੇ ਮੈਂ ਆਪਣੀ ਵੀਡੀਓ 'ਚ ਕਿਹਾ ਕਿ ਦਿੱਲੀ ਦੇ ਵਿੱਚ ਬਹੁਤ ਵਧੀਆ ਸਿਸਟਮ ਹੈ ਹੋਮ ਕੁਆਰੰਟਾਈਨ। ਜੋ ਹੋਮ ਕੁਆਰੰਟਾਈਨ ਦੇ ਵਿੱਚ ਜਿਹੜੇ ਬੰਦੇ ਨੇ, ਜੇਕਰ ਉਹ ਹੋਮੋਪੈਥੀ ਟ੍ਰੀਟਮੈਂਟ ਦਵਾਈ ਲੈਣੀ ਚਾਹੁੰਦੇ ਆ, ਦੁਨੀਆ ਦਾ ਕੋਈ ਕਾਨੂੰਨ, ਕੋਈ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ। ਜੇਕਰ ਕਿਸੇ ਪੇਸ਼ੈਂਟ ਦੇ ਕਹੇ ਤੋਂ, ਰਿਕੁਐਸਟ ਤੇ ਕੋਈ ਹੋਮੋਪੈਥੀ ਡਾਕਟਰ ਉਹਨੂੰ ਦਵਾਈ ਦਿੰਦਾ, ਦੁਨੀਆ ਦਾ ਕੋਈ ਕਾਨੂੰਨ ਹੋਮੋਪੈਥੀ ਡਾਕਟਰ ਦੇ ਖਿਲਾਫ ਐਕਸ਼ਨ ਨਹੀਂ ਲੈ ਸਕਦਾ। ਬਿਲਕੁਲ, ਇਹ ਬਿਲਕੁਲ ਗਲਤ ਗੱਲ ਆ। ਕੋਈ ਹੋਮੋਪੈਥੀ ਡਾਕਟਰ ਜੇਕਰ ਦਵਾਈ ਦਿੰਦਾ ਕਿਸੇ ਪੇਸ਼ੈਂਟ ਨੂੰ ਤੇ ਉਹਨੂੰ ਐਨਡੀਐਮਏ ਦਾ ਹੋ ਜਾਊਗਾ, ਇਹ ਗਲਤ ਗੱਲ ਆ, ਇਹ ਗਲਤ ਗੱਲ ਹੈ। ਤੇ ਮੈਂ ਜਿਹੜਾ ਇਹ ਉਹਨਾਂ ਲੋਕਾਂ ਵਾਸਤੇ ਕਹਿ ਰਿਹਾ। ਅੱਛਾ, ਜਿਹੜੀ ਮੈਂ ਅਗਲੀ ਗੱਲ ਤੁਹਾਨੂੰ ਦੱਸਾਂ, ਦਿੱਲੀ ਦੇ ਵਿੱਚ ਸਿਸਟਮ ਇੰਨਾ ਵਧੀਆ, ਦਿੱਲੀ ਸਰਕਾਰ ਤੋਂ ਰੋਜ਼ ਸਾਨੂੰ ਫੋਨ ਆਉਂਦਾ ਸੀ, ਰੋਜ਼। ਤੇ ਨਾਲ ਐਮਸੀਡੀ ਤੋਂ, ਜੋ ਮਿਊਨਿਸਪਲ ਕੌਂਸਲ ਹੈ ਦਿੱਲੀ ਦੀ, ਐਮਸੀਡੀ ਤੋਂ ਹਰ ਦੂਜੇ ਦਿਨ ਇੱਥੇ ਸੈਨੀਟਾਈਜ਼ ਕਰਨ ਵਾਸਤੇ ਆਉਂਦੇ ਸੀ। ਸਾਡਾ ਸਾਰਾ ਬਾਹਰਲਾ ਏਰੀਆ ਸੈਨੀਟਾਈਜ਼ ਕਰਕੇ ਜਾਂਦੇ ਸੀ ਤੇ ਉੱਥੋਂ ਰੋਜ਼ ਸਾਡੇ ਵਾਈਟਲ ਲੈਂਦੇ ਸੀ। ਨਾਲ ਜਿਹੜਾ ਮੈਕਸ ਹਸਪੀਟਲ ਦੇ ਵਿੱਚ ਅਸੀਂ ਉੱਥੇ ਵੀ ਪੈਕੇਜ ਲਿਆ ਵਾ ਸੀ। ਮੈਕਸ ਹਸਪੀਟਲ ਦੇ ਡਾਕਟਰ ਵੀ ਸਵੇਰੇ ਸ਼ਾਮ ਵਾਈਟਲ ਲੈਂਦੇ ਸੀ। ਉਹ ਮੇਰੀ ਬੇਟੀ ਨੂੰ ਅਸੀਂ ਦਿੱਤਾ ਸੀ। ਦਿੱਲੀ ਸਰਕਾਰ ਦੇ ਫੋਨ ਆਉਂਦਾ ਸੀ, ਪੁੱਛਦੇ ਸੀ ਦੱਸੋ ਕੋਈ ਚੀਜ਼ ਚਾਹੀਦੀ ਹੈ, ਕੋਈ ਮੈਡੀਸਨ ਚਾਹੀਦੀ ਹੈ, ਕੁਛ ਚਾਹੀਦੀ ਹੈ। ਬਲਕਿ ਇਹ ਜੋ ਦਿੱਲੀ ਨੇ ਅੱਜ ਕੋਰੋਨਾ ਤੇ ਇਹ ਲੜਾਈ ਜੇਕਰ ਕਾਫੀ ਹੱਦ ਤੱਕ ਇਹਨਾਂ ਨੇ ਇੱਕ ਤਰ੍ਹਾਂ ਜਿੱਤੀ ਆ ਕਿ ਇੰਨੇ ਕੇਸ ਘਟਾਤੇ, ਇਹ ਹੋਮ ਕੁਆਰੰਟਾਈਨ। ਪੰਜਾਬ ਵਿੱਚ ਜਿਹੜੀ ਇਹ ਗੱਲ ਆ ਨਾ, ਹੋਮ ਕੁਆਰੰਟਾਈਨ ਦੀ ਇਜਾਜ਼ਤ ਨਹੀਂ ਹੈ। ਥੋੜਾ ਜਿਹਾ ਵੀ ਬੁਖਾਰ ਹੋ ਜਾਏ ਤਾਂ ਤੁਹਾਨੂੰ ਕੰਪਲਸਰੀ ਇੰਸਟੀਟਿਊਸ਼ਨਲ ਕੁਆਰੰਟਾਈਨ ਹੁੰਦੀ ਆ, ਹਸਪਤਾਲ ਜਾਣਾ ਪੈਂਦਾ ਜਾਂ ਸੈਂਟਰ ਜਾਣਾ ਪੈਂਦਾ। ਇਹ ਬਿਲਕੁਲ ਗਲਤ ਗੱਲ ਹੈ। ਇਸ ਨੂੰ ਬਦਲਣਾ ਚਾਹੀਦਾ। ਇਹ ਦਿੱਲੀ ਵਾਲਾ ਸਿਸਟਮ ਸਾਰੀਆਂ ਸਟੇਟਸ ਨੂੰ ਫਾਲੋ ਕਰਨਾ ਚਾਹੀਦਾ। ਫੁਲਕਾ ਸਾਹਿਬ, ਪੰਜਾਬ ਸਰਕਾਰ ਨੂੰ ਵੀ ਇੱਕ ਚਿੱਠੀ ਲਿਖ ਦਿਓ। ਮੈਂ ਲਿਖੂਗਾ ਆਪਦੇ ਤਜਰਬੇ ਨਾਲ। ਬਿਲकुल, क्योंकि मैं देखो अब परसों लिख रहे हो, लिखोगे? लिखूंगा, लिख रहा मैं परसों ही अजे क्वारंटाइन तो बाहर आया ਉਸ ਤੋਂ ਬਾਅਦ ਤੇ ਮੈਂ ਹੁਣ ਹੈਲਥ ਮਿਨਿਸਟਰ ਨੂੰ ਵੀ ਲਿਖੂੰਗਾ ਤੇ ਪੰਜਾਬ ਸਰਕਾਰ ਨੂੰ ਵੀ ਲਿਖੂੰਗਾ। ਜੇਕਰ ਜ਼ਰੂਰਤ ਪਈ ਤਾਂ ਮੈਂ ਜਾ ਕੇ ਸੁਪਰੀਮ ਕੋਰਟ PIL ਵੀ ਫਾਈਲ ਕਰਾਂ ਕਿ ਕਿਉਂ ਨਹੀਂ ਅਲਾਉ ਕਰ ਹੋਮੋਪੈਥਿਕ ਅਲਾਉ ਕਰਨ ਦੇ ਲਈ ਔਰ ਹੋਮ ਕੁਆਰੰਟਾਈਨ ਦੇ ਲਈ, ਦੋਨਾਂ ਚੀਜ਼ਾਂ ਦੇ ਲਈ ਲਿਖੋਗੇ? ਸਾਰੀਆਂ ਸਟੇਟ ਹੋਮ ਕੁਆਰੰਟਾਈਨ ਤੇ ਨਾਲ ਇਹ ਹੋਮੋਪੈਥੀ ਟ੍ਰੀਟਮੈਂਟ ਜਿਹੜਾ ਲੈਣਾ ਚਾਹੀਦਾ ਉਹਨੂੰ ਪਰਮਿਸ਼ਨ ਦਿਓ ਜੀ। ਉਹ ਹਸਪੀਟਲ ਦੇ ਵਿੱਚ ਵੀ ਆ, ਕਿਉਂਕਿ ਹਸਪੀਟਲ ਹੋਮੋਪੈਥੀ ਡਾਕਟਰ ਹੈਗੇ ਆ। ਜੇ ਪੇਸ਼ੈਂਟ ਕਰਨਾ ਚਾਹੁੰਦਾ ਉਹਨੂੰ ਪਰਮਿਸ਼ਨ ਦਿਓ। ਜਾਂ ਤਾਂ ਤੁਸੀਂ ਕਹੋ ਕਿ ਹਸਪੀਟਲ ਕੋਲੇ 100% ਇਹਦਾ ਇਲਾਜ ਆ, ਤਾਂ ਤੁਸੀਂ ਉਹਨੂੰ ਕਹੋ ਕਿ 100% ਇਹਦਾ ਇਲਾਜ ਹੈ ਹੀ ਨਹੀਂ ਜੀ। ਅਸੀਂ ਫੈਵੀਫਲੂ ਵੀ ਦਿੰਦੇ ਆ, ਕਹਿੰਦੇ ਉਹਦਾ ਫਰਕ ਪੈਂਦਾ। ਤੇ ਤਾਂ ਫੁਲਕਾ ਸਾਹਿਬ, ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ, ਲੋਕ ਜਾਣਨਾ ਚਾਹੁੰਦੇ ਹੋਣਗੇ ਜਿਹੜੇ ਤੁਹਾਨੂੰ ਸੁਣ ਰਹੇ ਆ, ਕਿ ਜਿਹੜਾ ਸਾਰੀ ਪ੍ਰਕਿਰਿਆ ਸੀਗੀ, ਤੁਸੀਂ ਹੋਮੋਪੈਥੀ ਨਾਲ ਇਲਾਜ ਕੀਤਾ, ਦਵਾਈ ਖਾਧੀ, ਜਾਂ ਜਿਸ ਤਰ੍ਹਾਂ ਦੀ ਡਾਈਟ ਦੇ ਉੱਤੇ ਤੁਸੀਂ ਆਪਦੀ ਬਾਡੀ ਨੂੰ ਸ਼ਿਫਟ ਕੀਤਾ, ਇਹ ਸਾਰਾ ਪ੍ਰੋਸੈਸ ਪ੍ਰਕਿਰਿਆ ਕਿੰਨੇ ਦਿਨਾਂ ਦੀ ਸੀਗੀ?
देखो ये जिस दिन सानू पता चलिया पहली गल उदों फीवर होए तो तीजे दिन बाद असी टेस्ट करवाया। टेस्ट अगले दिन सवेरे चौथे दिन साडा टेस्ट आया, पर ये असी टेस्ट आउण तो पहले ही शुरू कर ये जो होम्योपैथी दवाई शुरू करती सी क्योंकि पता ही सी उस सारे सिम्पटम तो लग रहा सी, पता ही सीगा ते असी ये होम्योपैथी मैडिसिन भी शुरू करती। कोई होम्योपैथी मैडिसिन करोना वाली तो है नहीं, होम्योपैथी मैडिसिन तो बॉडी नूं ठीक करने वास्ते ते ओह कोई करोना की खास सैपरेट मैडिसिन नहीं है। जो साड़ी रिपोर्ट भी पॉजिटिव आ गई साढ़े डॉक्टर साहब ने मैडिसिन दवाई नहीं बदली और मेरे बेटे नूं तो उन्होंने इक्को डोज दी है, उस तो बाद दूजी बारी पॉजिटिव होने तो मगर दवाई भी नहीं दी उन्होंने, उस डोज ने इफेक्ट किया। बल्कि ये एक ऐसी साइंस है, मेरा अपना एक्सपीरियंस है, खुद का एक्सपीरियंस है 25 साल का, एक ऐसी साइंस है जिसकी बॉडी सूट कर जाए तो इक्को डोज बड़ी ते उस तो बाद मेरी भी वही दवाई चली, मेरी वाइफ सी उन्होंने बदलनी पई दवाई, मेरी मैडिसिन भी वही चली ਜਿਹੜੀ ਤੁਸੀਂ ਫੁਲਕਾ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਜੇ ਨੂੰ ਥੋੜਾ ਸਮਝਣਾ ਹੋਵੇ ਕਿ ਜਿਹੜੀ ਹੋਮੋਪੈਥਿਕ ਦਵਾਈ ਤੁਸੀਂ ਖਾਧੀ ਇੱਕ ਜਾਂ 2 ਡੋਜ਼ ਹੀ ਖਾਣੀ ਪਈ 10 ਦਿਨਾਂ ਦੇ ਅੰਦਰ, ਜ਼ਿਆਦਾ ਦਵਾਈ ਨਹੀਂ ਖਾਣੀ ਪਈ। ਮੈਨੂੰ 3 ਡੋਜ਼ਸ ਮੈਂ 3 ਉਹਨਾਂ ਨੂੰ ਪਹਿਲਾਂ ਉਹਨਾਂ ਨੇ ਰਿਪੀਟ ਕੀਤੀ, ਜੋ ਠੀਕ ਹੋਣ ਲੱਗ ਗਿਆ ਉਹ ਕਹਿੰਦੇ ਹੁਣ ਰਿਪੀਟ ਨਾ ਮੈਨੂੰ। ਉਸ ਤੋਂ ਬਾਅਦ ਜਦੋਂ ਮੈਨੂੰ ਥੋੜਾ ਜਿਹਾ ਫੀਵਰ ਫੇਰ ਹੋ ਗਿਆ, ਮੈਂ ਕਿਹਾ ਜੀ ਮੈਂ ਤਾਂ ਫੀਵਰ ਹੋ ਰਿਹਾ ਵੱਧ ਰਿਹਾ ਹੈ 101.5 ਹੋ ਗਿਆ, ਉਹ ਕਹਿੰਦੇ ਇੱਕ ਡੋਜ਼ ਹੋਰ ਲੈ ਲਓ। ਇਹ ਉਦੋਂ ਤੀਜੇ ਦਿਨ ਦੀ ਗੱਲ ਆ। ਉਸ ਤੋਂ ਬਾਅਦ ਫੀਵਰ ਉਤਰਨ ਲੱਗ ਗਿਆ, ਫਿਰ ਠੀਕ ਫਿਰ ਹੋ ਗਿਆ, ਫਿਰ ਉਸ ਤੋਂ ਬਾਅਦ ਫਿਰ ਫੀਵਰ ਵਧਿਆ, ਉਹਨਾਂ ਨੇ ਕਿਹਾ ਇੱਕ ਡੋਜ਼ ਹੋਰ ਲੈ ਲਓ। ਮੈਂ ਐਲੋਪੈਥੀ ਨਹੀਂ ਲਈ। ਉਸ ਤੋਂ ਮਗਰੋਂ ਫੀਵਰ ਮੇਰਾ ਰਿਹਾ 100 ਦੇ ਆਸ-ਪਾਸ 99 100 ਸਾਡੇ, ਉਹ ਕਹਿੰਦੇ ਹੁਣ ਤੁਹਾਨੂੰ ਕੋਈ ਲੋੜ ਨਹੀਂ ਦਵਾਈ ਲੈਣ ਦੀ ਆਪਣੇ। ਮੈਂ ਸਿਰਫ 3 ਡੋਜ਼ ਲਈਆਂ ਹੋਮੋਪੈਥੀ, ਮੇਰੇ ਬੇਟੇ ਨੇ ਸਿਰਫ ਇੱਕ ਡੋਜ਼ ਲਈ। ਇੱਕ ਹੋਮੋਪੈਥੀ ਕਾਉਂਸਲਰ ਨੂੰ ਲੈ ਕੇ ਮੈਂ ਤੁਹਾਨੂੰ ਸਵਾਲ ਕਰਨਾ ਚਾਹਨਾ ਕਿ ਫਿਰ ਇਸ ਜੋ ਤੁਸੀਂ ਲੋਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ, ਕੌਂਸਲ ਦੇ ਵਿੱਚੋਂ ਕਿਸੇ ਵਿਅਕਤੀ ਨੇ ਤੁਹਾਨੂੰ ਕਿਹਾ ਕਿ ਤੁਸੀਂ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਹੋਮੋਪੈਥੀ ਦੇ ਵਿੱਚ ਇਲਾਜ ਨਹੀਂ ਹੈਗਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਅਸੈਸ ਕੀਤਾ ਕਿ ਇਹ ਕਿਉਂ ਕਿਹਾ ਗਿਆ ਤੁਹਾਨੂੰ ਇੰਨੀ ਗੱਲ ਕਿ ਖੁਦ ਜਾਂ ਤੇ ਐਲੋਪੈਥੀ ਵੱਲ ਮੋੜਨ ਦੀ ਕੋਸ਼ਿਸ਼ ਹੈਗੀ ਹੈ ਜਾਂ ਕੀ ਚੱਕਰ ਹੈ, ਤੁਸੀਂ ਇਹਨੂੰ ਕਿਸ ਤਰ੍ਹਾਂ ਸਮਝਿਆ? ਕਿਉਂ ਹੈ ਯਾਰੇ ਮੈਂ ਦਿੱਲੀ ਬੈਠਾ ਵੀਡੀਓ ਪਾ ਰਿਹਾ ਤੇ ਪੰਜਾਬ ਹੋਮੋਪੈਥੀ ਕੌਂਸਲ ਵਾਲੇ ਮੇਰੇ ਉਹਦੇ ਮੇਰੀ ਫੇਸਬੁੱਕ ਦੇਖ ਲਓ, ਉਹਦੇ ਵਿੱਚ ਲਿਖਿਆ ਵਾ ਉਹਨੇ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਆਫ ਸੋ ਕਮੇਟੀ ਮੈਂ ਦੱਸੂਗਾ ਨਹੀਂ ਨਾ, ਦੇਖ ਲਓ ਫੇਸਬੁੱਕ ਤੇ, ਮੇਰੀ ਫੇਸਬੁੱਕ ਹੁਣ ਖੋਲੋ ਤੁਹਾਨੂੰ ਸਾਹਮਣੇ ਆ ਜੂਗੀ ਜੀ। तो कुछ उन्होंने लिखा मैं एनडीएम के अंदर हो जू, फिर उस बाद मैं तेन एक मिनट तुहानू पढ़ के सुनाना, बल्कि यह बंदे उत्थे बैठे आए, बल्कि वाहगुरू ये होम्योपैथी नू बचाए है जी। जदों तुहाडी रिपोर्ट ही पॉजिटिव नहीं है, मैं दसिया कि मेरी रिपोर्ट पॉजिटिव नहीं है, मेरी नैगेटिव सी, मेरी तुसीं आप कह रहे हो फिर तुहाडा कोविड-19 का इलाज किस तरह हो गया, तुहाडा क्लेम झूठा है। पंजाब होम्योपैथी कौंसल का एक कमेटी का प्रधान है, ये तो ज़्यादा शर्म की गल है कौंसल आने वास्ते की होगी। देखो मैं कोई होम्योपैथी को प्रमोट नहीं कर रहा, मैं किस वास्ते करा, मैं होम्योपैथी डॉक्टर, मैं डॉक्टर का नाम भी नहीं हूँ दसना बंद करता, बिल्कुल बंद करता हूँ। डॉक्टर साहब ने मैंने कहता किसी का नंबर भी नहीं मैंने देना, बल्कि ਤੁਸੀਂ ਇਸ ਸਬੰਧ ਦੇ ਵਿੱਚ ਵੀ ਮੁੱਖ ਮੰਤਰੀ ਨੂੰ ਚਿੱਠੀ ਲਿਖੋਗੇ? 100% ਲਿਖੂੰਗਾ, ਕਿਉਂਕਿ ਮੈਨੂੰ ਜੋ ਪਤਾ ਚੱਲਿਆ ਫਿਰ ਮੈਂ ਪਤਾ ਕੀਤਾ, ਉਹ ਕਹਿੰਦੇ ਇਹਦੇ ਇਲੈਕਸ਼ਨ ਤਾਂ ਪਿਛਲੇ 20 ਸਾਲ ਤੋਂ ਨਹੀਂ ਹੋਏ, ਨੋਮੀਨੇਟਡ ਬੰਦੇ ਆ ਸਰਕਾਰ ਦੇ। 100% ਮੈਂ ਮੁੱਖ ਮੰਤਰੀ ਨੂੰ ਲਿਖੂੰਗਾ ਕਿ ਇਹੋ ਜਿਹੇ ਗਲਤ ਤੇ ਨਲਾਇਕ ਬੰਦਿਆਂ ਨੂੰ ਇਹ ਸਰਕਾਰ ਨੋਮੀਨੇਟ ਕਿਉਂ ਕਰ ਰਹੀ ਹੈ। ਠੀਕ ਹੈ, ਆ ਜਿਹੜੇ ਉਹਦੇ ਕਮੈਂਟ ਆਵੇਂ ਲਿਖ ਕੇ ਮੁੱਖ ਮੰਤਰੀ ਨੂੰ ਭੇਜੂਗਾ ਮੁੱਖ ਮੰਤਰੀ। ਠੀਕ ਹੈ ਫੁਲਕਾ ਸਾਹਿਬ, ਆਖਰੀ 1-2 ਸਵਾਲ ਹੈ ਕਿ ਸਾਡੇ ਕੋਲ ਸਮਾਂ ਖਤਮ ਹੋ ਰਿਹਾ। ਸਿਆਸਤ ਤੋਂ ਤੁਸੀਂ ਕਿਨਾਰਾ ਕਰ ਚੁੱਕੇ ਹੋ ਕਿ ਸਿਆਸਤ ਨਹੀਂ ਕਰਨੀ ਹੈਗੀ ਹੈ, ਤੁਸੀਂ ਕਿਹਾ ਸੀ ਲੋਕਾਂ ਦੀ ਸੇਵਾ ਕਰਨੀ ਹੈਗੀ। ਆਖਰੀ 1-2 ਸਵਾਲ ਹੈਗੇ ਨੇ। ਪਿੱਛੇ ਜੇ ਚਰਚਾ ਰਹੀ ਕਿ ਫੁਲਕਾ ਸਾਹਿਬ ਦੁਬਾਰਾ ਸ਼ਾਇਦ ਐਸਜੀਪੀਸੀ ਚੋਣਾਂ ਦੇ ਵਿੱਚ ਦੇਖੇ ਜਾ ਸਕਦੇ ਨੇ, ਤੁਸੀਂ ਕਿਹਾ ਸੀ ਵੀ ਮੈਂ ਨਹੀਂ ਲੜੂੰਗਾ ਚੋਣ, ਤੁਸੀਂ ਇਸ ਤਰ੍ਹਾਂ ਦੀ ਕਲੈਰਿਟੀ ਕੀਤੀ ਸੀਗੀ। ਹੁਣ ਜਦੋਂ ਤੁਹਾਡੀ ਵੀਡੀਓ ਆਈ ਦਾੜਾ ਪ੍ਰਕਾਸ਼ ਕੀਤਾ ਹੋਇਆ, ਉਸ ਨੂੰ ਲੈ ਕੇ ਵੀ ਬੜੇ ਸਾਰੇ ਗੱਲਾਂ ਹੋਣ ਲੱਗ ਗਈਆਂ ਦੁਬਾਰਾ ਕਿ ਫੁਲਕਾ ਸਾਹਿਬ ਕੋ ਬੜੀ ਸਾਬਤ ਸੂਰਤ ਦਿੱਖ ਦੇ ਵਿੱਚ ਨਜ਼ਰ ਆ ਰਹੇ ਨੇ। ਇਸ ਨੂੰ ਵੀ ਥੋੜਾ ਕਲੀਅਰ ਕਰ ਦਿਓ ਕਿ ਇਹ ਪਰਸਨੈਲਿਟੀ ਚੇਂਜ ਦਾ ਕੀ ਫੰਡਾ ਹੈਗਾ। ਮੇਰੀ ਫੇਸਬੁੱਕ ਤੇ ਚਲੇ ਜਾਓ, ਮੇਰੀ ਫੇਸਬੁੱਕ ਤੇ ਤੁਹਾਨੂੰ ਸੈਂਕੜੇ ਵੀਡੀਓ ਦਾੜੀ ਪ੍ਰਕਾਸ਼ਾ ਮਿਲ ਜਾਣਗੇ। ਬਾਕੀ ਇਹ ਮੇਰੀ ਫੇਸਬੁੱਕ ਤੇ ਪੋਲਿਟਿਕਸ ਤਾਂ 2014 ਜੁਆਇਨ ਕੀਤੀ ਹੈ, ਪੁਰਾਣੀਆਂ ਫੋਟੋਆਂ ਤੁਹਾਨੂੰ ਮਿਲ ਜਾਣਗੀਆਂ।
ਇੱਕ ਵਾਰੀ ਕਿਸੇ ਪੇਪਰ ਨੇ ਵੀ ਛਾਪ ਦਿੱਤੀ ਸੀ ਇੱਥੇ ਰਕਾਬਗੰਜ ਸਾਹਿਬ ਗੁਰਪੁਰਬ ਦੇ ਉੱਤੇ, ਕਿਉਂਕਿ ਮੈਂ ਪਿਛਲੇ ਬੜੀ ਦੇਰ ਤੋਂ ਪਹਿਲਾਂ ਤੋਂ ਆਮ ਤੌਰ ਤੇ ਜਦੋਂ ਐਤਵਾਰ ਨੂੰ ਅਸੀਂ ਬੰਗਲਾ ਸਾਹਿਬ ਜਾਂਦੇ ਸੀ ਜਾਂ ਰਕਾਬਗੰਜ ਜਾਂਦੇ ਹਾਂ ਤੇ ਮੈਂ ਉਦੋਂ ਦਾੜਾ ਪ੍ਰਕਾਸ਼ ਕਰਕੇ ਜਾਂਦਾ ਸੀ। ਮੈਨੂੰ ਵੀ ਚੰਗਾ ਲੱਗਦਾ, ਪਰ ਮੇਰਾ ਪ੍ਰੋਫੈਸ਼ਨ ਐਸਾ ਕਿ ਉਹ ਰੱਖਣਾ ਪੈਂਦਾ, ਜੋ ਜਿਸ ਤਰ੍ਹਾਂ ਦੀ ਤੁਹਾਡੀ ਇੱਕ ਵਾਰੀ ਤੁਹਾਡੀ ਅਪੀਅਰੈਂਸ ਹੈ ਉਸ ਤਰ੍ਹਾਂ ਦੀ ਰੱਖਣੀ ਪੈਂਦੀ ਹੈ, ਤੇ ਮੈਨੂੰ ਚੰਗਾ ਲੱਗਦਾ। ਮੈਂ ਇਸ ਕਰਕੇ ਜਦੋਂ ਮੈਨੂੰ ਮੌਕਾ ਮਿਲੇ ਮੈਂ ਖੋਲ ਕੇ ਰੱਖਦਾ। ਪਰ ਦੂਜੀ ਗੱਲ ਜਿਹੜੇ ਦੱਸਿਆ, ਦੇਖੋ HEP ਦੇ ਇਲੈਕਸ਼ਨ ਮੈਂ ਖੁਦ ਨਹੀਂ ਬਿਲਕੁਲ ਨਹੀਂ ਲੜਦੇ। ਮੈਂ ਇਹ ਕਹਿ ਚੁੱਕਿਆ ਕਿ ਨਹੀਂ ਲੜਨੇ। ਹੁਣ ਜਿਵੇਂ ਇਹ ਪਰ ਜੇਕਰ HEPC ਤੋਂ ਸਿਆਸੀਕਰਨ ਖਤਮ ਕਰਨਾ, ਉਹਦੇ ਵਾਸਤੇ ਜ਼ੋਰ ਲਾਵਾਂਗੇ ਤਾਂ ਕਿ ਚੰਗੇ ਬੰਦੇ HEPC, ਬਸ ਸਿਰਫ ਨਹੀਂ। ਹੁਣ ਗਾਂ ਜਿਹੜੀਆਂ SGPC ਦੀਆਂ ਚੋਣਾਂ ਹੋਣਗੀਆਂ, HS ਫੂਲਕਾ ਦੀ ਕੋਈ ਸਰਗਰਮੀ ਬਾਹਰੋਂ ਹੀ ਸਹੀ ਦੇਖੀ ਜਾ ਸਕੇਗੀ। ਕੋਸ਼ਿਸ਼ ਜਿਹੜੇ ਚੰਗੇ ਬੰਦੇ ਆ ਜਿਨ੍ਹਾਂ ਦਾ ਕਿਰਦਾਰ ਬੜਾ ਸਾਫ਼ ਸੁਥਰਾ, ਉਹਨਾਂ ਨੂੰ ਸਪੋਰਟ ਕਰਾਂਗੇ, ਜ਼ਰੂਰ ਕਰਾਂਗੇ। ਸਾਡਾ ਫਰਜ਼ ਬਣਦਾ, ਹਰ ਸਿੱਖ ਦਾ ਫਰਜ਼ ਬਣਦਾ ਉਹਨਾਂ ਨੂੰ ਸਪੋਰਟ ਕਰਨਾ। ਹਰ ਸਿੱਖ ਦਾ ਫਰਜ਼ ਬਣ ਜਾਂਦਾ ਕਿ ਅਸੀਂ ਇਹ ਜੋ ਇਹ ਸਿਆਸੀ ਕਰਨਾ HEPC ਦਾ ਹੋਇਆ ਵਾ, ਇਹਨੂੰ ਵਿੱਚੋਂ ਕੱਢਣਾ ਸਭ ਦਾ ਫਰਜ਼ ਬਣਦਾ। ਮੈਂ ਵੀ ਆਪਣਾ ਫਰਜ਼ ਸਮਝ ਕੇ ਕਰਾਂ। ਠੀਕ ਹੈ, ਫਰਜ਼ ਸਮਝ ਕੇ ਕਰੋਗੇ। ਫੂਲਕਾ ਸਾਹਿਬ, ਅੱਜ ਹੀ ਜਿਸ ਸਮੇਂ ਅਸੀਂ ਗੱਲ ਕਰ ਰਹੇ, ਥੋੜੀ ਦੇਰ ਪਹਿਲੇ ਰਿਜ਼ਲਟ ਆਇਆ ਹਰਿਆਣਾ ਦੇ ਵਿੱਚ, ਨਵੀਂ HSGPC ਜਿਹੜੀ ਹੈਗੀ ਹੈ ਉਹਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਬਣੇ ਨੇ। ਤੁਹਾਡਾ ਕੀ ਰਿਐਕਸ਼ਨ ਹੈਗਾ ਉਸ ਤਰ੍ਹਾਂ ਨਾਲ? ਉਧਰੋਂ ਇੱਕ ਬਦਲਾਅ ਹੋਇਆ ਉੱਥੇ। ਨਹੀਂ, ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਠੀਕ ਹੈ, ਆਖਰੀ ਸਵਾਲ, HS ਫੂਲਕਾ ਸਿਆਸਤ ਦੇ ਵਿੱਚ ਵਾਪਸ ਆਉਣਗੇ? ਕੋਈ ਅਜੇ ਤੱਕ ਤਾਂ ਕੋਈ ਵਿਚਾਰ ਨਹੀਂ। ਮੈਂ ਛੁੱਟੀ ਲਈ ਵੀ ਆ। ਮੈਂ ਬਲਕਿ ਕੋਈ ਇਹ ਨਹੀਂ ਕਿ ਮੈਂ ਭੱਜਿਆ ਕੁਛ ਕੀਤਾ। ਮੈਂ ਸਭ ਤੋਂ ਆਜ਼ਾਦ ਤੋਂ ਲੈ ਕੇ ਜੋ ਸੱਜਣ ਕੁਮਾਰ ਦਾ ਕੇਸ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਸੀ, ਤੇ ਮੇਰਾ ਖਿਆਲ ਹੈ ਸ਼ਾਇਦ ਮੈਂ ਆਪਣੀ ਫੇਸਬੁੱਕ ਤੇ ਆਪਣੀ ਸਭ ਤੋਂ ਉੱਪਰ ਵੀਡੀਓ ਪਾਤੀ 17 ਦਸੰਬਰ 2018 ਨੂੰ, ਜੋ ਮੈਂ ਕੋਰਟ ਚੋਂ ਬਾਹਰ ਨਿਕਲਿਆ। ਮੈਂ ਪਹਿਲਾਂ ਟਵੀਟ ਕਰਤੀ ਕਿ ਇਹ ਦਿਨ ਪਹਿਲਾਂ ਟਵੀਟ ਕਰਤੀ ਸੀ, ਕੋਈ ਸੈਟਰਡੇ ਨੂੰ ਪਤਾ ਚੱਲ ਗਿਆ ਸੀ 15 ਦਸੰਬਰ ਨੂੰ ਕਿ 17 ਨੂੰ ਇਹ ਜੱਜਮੈਂਟ ਆ ਰਹੀ ਹੈ। ਮੈਂ ਉਹਦੇ ਟਵੀਟ ਕਰਤੀ ਸੀ ਕਿ ਮੈਂ ਮੰਤਰੀ ਪਦ ਦਾ ਅਹੁਦਾ ਛੱਡ ਕੇ ਇਸ ਕੇਸ ਦੇ ਵਾਸਤੇ ਆਇਆ। ਅੱਜ ਉਹਦਾ ਫੈਸਲਾ ਉਸ ਦਾ ਕਿ ਮੇਰੀ ਜ਼ਿੰਦਗੀ ਦੇ ਮਿਸ਼ਨ ਦਾ ਵੀ ਅੱਜ ਫੈਸਲਾ ਸਿਰਫ ਇਹ ਹੈ। ਤੇ ਮੈਨੂੰ ਮੀਡੀਆ ਨੇ ਪੁੱਛਿਆ ਜੀ ਤੁਹਾਡਾ ਅਸਤੀਫਾ ਦੇਣਾ ਕੰਮ ਆਇਆ? ਮੈਂ ਕਿਹਾ ਬਹੁਤ ਕੰਮ ਆਇਆ। ਜੇ ਮੈਂ ਸ਼ਾਇਦ ਅਸਤੀਫਾ ਦੇ ਕੇ ਨਾ ਜਾਂਦਾ ਤਾਂ ਸ਼ਾਇਦ ਅੱਜ ਇਹ ਕੌਮ ਲਈ ਐਡੀ ਵੱਡੀ ਜਿੱਤ ਹਾਸਲ ਨਾ ਹੁੰਦੀ। ਤੋ ਇਸ ਕਰਕੇ ਮੈਨੂੰ ਇਹ ਉਸ ਵਾਸਤੇ ਮੈਂ ਆਇਆ ਸੀ, ਛੁੱਟੀ ਲੈ ਕੇ ਆਇਆ ਸੀ, ਤੇ ਮੈਨੂੰ ਲੱਗ ਗਿਆ ਕਿ ਸ਼ਾਇਦ ਇਹ ਛੁੱਟੀ ਪਰਮਾਨੈਂਟ ਤੇ ਲੰਬੀ ਛੁੱਟੀ ਹੋਊਗੀ। ਤੇ ਕਿਉਂਕਿ ਹੁਣ ਜੇ ਕੰਮ ਹੁਣ ਕਰ ਰਹੇ ਹਾਂ, ਅਜੇ ਵੀ ਵੈਸੇ ਸੱਜਣ ਕੁਮਾਰ ਦਾ ਕੇਸ ਤਾਂ ਤੁਹਾਨੂੰ ਪਤਾ ਹਰ ਮਹੀਨੇ ਹੀ ਉੱਥੇ ਸੁਪਰੀਮ ਕੋਰਟ 'ਚ ਲੱਗਿਆ ਹੁੰਦਾ, ਅਪੀਲ ਅਜੇ ਵੀ ਚੱਲਦੀ ਹੈ ਜੀ, ਉਹਦੇ 'ਚ ਬਹੁਤ ਬਿਜ਼ੀ ਹੈ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਦੱਸਾਂ, ਮੈਂ ਇੱਕ ਹੋਰ ਆਪਣੀ ਟਵੀਟ ਦੇ ਵਿੱਚ ਹੀ ਪਾਇਆ, ਜਦੋਂ ਮੈਨੂੰ ਇਹ ਪਤਾ ਇਹ ਹੋਇਆ ਕਰੋਨਾ ਦਾ, ਤੇ ਮੈਂ ਤਾਂ ਬਸ ਸਿਰਫ ਅਕਾਲ ਪੁਰਖ ਨੂੰ ਦਾ ਸ਼ੁਕਰਾਨਾ ਸੀ ਕਿ ਹੇ ਵਾਹਿਗੁਰੂ ਤੂੰ ਮੇਰੀ ਜ਼ਿੰਦਗੀ ਦਾ ਮਿਸ਼ਨ ਪੂਰਾ ਕਰਤਾ। ਮੈਨੂੰ ਵਾਰੀ ਉਹ 17 ਦਸੰਬਰ 2018 ਮੈਨੂੰ ਇਹ ਸੀ ਮੇਰੀ ਜ਼ਿੰਦਗੀ ਦਾ ਤੂੰ ਮਿਸ਼ਨ ਵਾਹਿਗੁਰੂ ਪੂਰਾ ਕਰਤਾ। ਉਹ ਜਿੱਥੇ ਰੱਖਣਾ ਰੱਖ ਲੈ, ਜੋ ਤੇਰੀ ਰਜ਼ਾ ਆਪਾਂ ਤਿਆਰ, ਪਰ ਪੂਰੇ ਹੌਸਲੇ ਸੀ। ਠੀਕ ਹੈ ਫੂਲਕਾ ਸਾਹਿਬ, ਸਮਾਂ ਸਾਡੇ ਕੋਲ ਖਤਮ ਹੋ ਗਿਆ। ਕੋਈ ਆਖਰੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਕਰੋਨਾ ਨਾਲ ਖੁਦ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਨੇ? 2 ਸ਼ਬਦਾਂ ਵਿੱਚ। ਦੇਖੋ, ਖੁਦ ਦਾ ਇਲਾਜ ਨਹੀਂ, ਇਲਾਜ ਤਾਂ ਡਾਕਟਰ ਦਾ ਹੀ ਕਰੋ, ਪਰ ਇਹ ਜਿਹੜੀਆਂ ਚੀਜ਼ਾਂ ਮੈਂ ਲਿਖੀਆਂ ਸ਼ਾਇਦ ਤੁਹਾਡੇ ਕਿਸੇ ਨਾ ਕਿਸੇ ਤੇ ਕੰਮ ਆ ਸਕਣ। ਇੱਕ ਸਭ ਤੋਂ ਵੱਡੀ ਗੱਲ, 2 ਚੀਜ਼ਾਂ, ਘਬਰਾਹਟ ਦੇ ਨਾਲ ਬੰਦੇ ਜ਼ਿਆਦਾ ਖਰਾਬ ਹੁੰਦੇ ਨੇ। ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਬਿਲਕੁਲ ਚੜ੍ਹਦੀ ਕਲਾ 'ਚ ਰਹਿਣਾ। ਔਰ ਇੱਕ ਗੱਲ ਮੈਂ ਤੁਹਾਨੂੰ ਕਹਿ ਦਿੰਦਾ ਕਿ ਅੱਜ ਕੱਲ੍ਹ ਜਿਹੜਾ ਆਪਾਂ ਨੈਗੇਟਿਵਿਟੀ ਰੱਖਦੇ ਆ ਨਾ, ਕਿਸੇ ਦੇ ਖਿਲਾਫ ਗੱਲਾਂ ਕਰੀ ਜਾਓ, ਬੇਵਜ੍ਹਾ ਕਰੀ ਜਾਓ, ਬਿਨਾਂ ਗੱਲ ਤੋਂ ਕਰੀ ਜਾਓ, ਅੱਜ ਜਿੰਨੀ ਦੇਰ ਚੱਲ ਰਿਹਾ ਨਾ ਉਹ ਨੈਗੇਟਿਵਿਟੀ ਬੰਦ ਕਰ ਦਿਓ, ਕਿਉਂਕਿ ਉਹਦੇ ਨਾਲ ਇਮਿਊਨਿਟੀ ਦੇ ਉੱਤੇ ਤੁਹਾਡੇ ਐਡਵਰਸ ਇਫੈਕਟ ਪੈਂਦਾ, ਇਮਿਊਨਿਟੀ ਘਟਦੀ ਆ। ਚੜ੍ਹਦੀ ਕਲਾ 'ਚ ਰਹੋ, ਪੋਜ਼ਿਟਿਵਿਟੀ ਰੱਖੋ ਹਮੇਸ਼ਾ। ਕੋਈ ਵਾਇਰਸ ਵੁਰਸ ਤੁਹਾਨੂੰ ਕੁਛ ਨਹੀਂ ਕਹਿੰਦੀ। ਵਾਹਿਗੁਰੂ 'ਚ ਵਿਸ਼ਵਾਸ ਰੱਖੋ, ਜਿੱਦੇ ਜਾਣਾ। ਬਹੁਤ ਧੰਨਵਾਦ। ਠੀਕ ਹੈ, ਬਹੁਤ ਧੰਨਵਾਦ ਫੂਲਕਾ ਸਾਹਿਬ। ਬਿਲਕੁਲ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਖੈਰ, ਪੰਜਾਬੀਆਂ ਦੇ ਵਿੱਚ ਇਹ ਗੁਣ ਹੈਗਾ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ। ਉਮੀਦ ਕਰਦੇ ਹਾਂ ਕਿ ਤੁਹਾਡੀ ਇਸ ਇੰਟਰਵਿਊ ਨੂੰ ਦੇਖ ਕੇ, ਤੁਹਾਡੇ ਇਹਨਾਂ ਗੱਲਾਂ ਨੂੰ ਸੁਣ ਕੇ ਕੁਝ ਲੋਕਾਂ ਨੂੰ ਹੌਸਲਾ ਵੀ ਮਿਲਿਆ ਹੋਵੇਗਾ ਕਿ ਵਾਕਿਆ ਹੀ ਪੋਜ਼ਿਟਿਵ ਰਹਿ ਕੇ ਡਾਕਟਰ ਦੀ ਸਲਾਹ ਮੁਤਾਬਿਕ ਜਾਂ ਹੋਮੋਪੈਥੀ ਦੀ ਤਰੀਕੇ ਦੇ ਮੁਤਾਬਿਕ ਵੀ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ। ਬਾਕੀ ਦੂਸਰਾ ਜਿਹੜੀ ਇੰਪੋਰਟੈਂਟ ਚੀਜ਼ ਉਹਨਾਂ ਨੇ ਕਹੀ ਹੈ ਕਿ ਹੋਮ ਕੁਆਰੰਟਾਈਨ ਜਿਹੜਾ ਹੈਗਾ ਉਹ ਇੱਕ ਬਿਹਤਰ ਵਿਕਲਪ ਸਾਬਿਤ ਹੋ ਸਕਦਾ ਹੈ, ਜਿਸ ਦੇ ਸਬੰਧ ਦੇ ਵਿੱਚ ਉਹ ਪੰਜਾਬ ਸਰਕਾਰ ਨੂੰ ਵੀ ਚਿੱਠੀ ਲਿਖਣਗੇ ਔਰ ਕੇਂਦਰੀ ਸਿਹਤ ਮੰਤਰੀ ਨੂੰ ਵੀ ਆਉਂਦੇ ਦਿਨਾਂ ਦੇ ਵਿੱਚ ਚਿੱਠੀ ਲਿਖਣ ਜਾ ਰਹੇ ਨੇ। ਫੂਲਕਾ ਸਾਹਿਬ, ਬਹੁਤ ਧੰਨਵਾਦ ਦੈਨਿਕ ਸਵੇਰਾ ਦੇ ਨਾਲ ਜੁੜਨ ਦੇ ਲਈ। क्या आप है परेशान? क्या आपकी समस्या का हल नहीं हो पा रहा? तो निराश ना हो। 17 बार गोल्ड मेडलिस्ट मियां रफीक मोहम्मद, जिनके पास है आपकी हर समस्या का हल।
चाहे वो बिजनेस से रिलेटेड हो या फिर हो करियर से रिलेटेड या फिर हो लव रिलेशनशिप, आपकी समस्या का हल होगा 31 घंटों में। फिर देर किस बात की, स्क्रीन पे दिए गए नंबर्स के ऊपर कॉल करो और अपनी समस्या का हल जल्द से जल्द पाएं। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।